Good afternoon, friends. So, we are again face to face today, and the idea is to talk a little bit about the Supreme Court's judgment, which was delivered only on 11th of August. That is barely a week ago. And this judgment has far reaching consequences insofar as the daughter's share in the Hindu co-parsonary joint property on the father's side of the family is concerned. And since the Hindu Succession Act, the Income Tax Act, etc., recognize Buddhists, Jains, and Sikhs as Hindus for the purpose of the personal laws, it would equally apply to these religious communities as well. Now, ever since this judgment was delivered, there have been newspaper headlines, and there have also been some YouTube uploads by very erudite speakers, senior advocates, retired judges, and so on and so forth. And my own impression is that even a trained law graduate, unless he or she had specialized in the Hindu Succession Act, and more particularly in the customary Hindu law, the Mitakshara law governing the Hindu co-parsonary property, they would not be able to appreciate the depth and import of this Supreme Court judgment, which runs into 121 pages. And therefore, some of my friends have been telling that, sir, your audience is ordinary people, small landowners, small business families, people who are filing income tax returns as HUFs, Hindu undivided families, both Hindus and Sikhs. What is the impact this judgment is going to have for them? We are not looking at the impact on huge Arabpati and Kharabpati families who are fighting battle for estates running into 20,000 crores and so on. ਸੋ ਇਸ ਕਰਕੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੀ ਤੁਸੀਂ ਇਹਨੂੰ ਲੀਗਲ ਲੈਂਗੁਏਜ ਘੱਟ ਤੋਂ ਘੱਟ ਇਸਤੇਮਾਲ ਕਰਦੇ ਹੋਏ ਤੇ ਪੰਜਾਬੀ ਦੇ ਵਿੱਚ ਸਾਨੂੰ ਦੱਸੋ ਕਿ ਜਨਾਬ ਇਹਦਾ ਤੱਤ ਕੀ ਨਿਕਲਿਆ। ਜਜਮੈਂਟ ਤਾਂ ਬੜੀ ਭਾਰੀ ਆ, ਬੇਟੀਆਂ ਨੂੰ ਫਾਦਰ ਵਾਲੀ ਜਿਹੜੀ ਸਾਈਡ ਦੀ ਜੁਆਇੰਟ ਪ੍ਰੋਪਰਟੀ ਉਹਦੇ ਵਿੱਚ ਹਿੱਸਾ ਦਿੱਤਾ। ਕਹਿਣ ਨੂੰ ਤਾਂ ਹਿੱਸਾ 2005 ਤੋਂ ਦਿੱਤਾ ਹੋਇਆ ਸੀ, ਤੇ ਨਵੀਂ ਗੱਲ ਕਿਹੜੀ ਹੈ। ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੀ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਗੱਲ ਕਰੋ ਅਤੇ ਅੰਗਰੇਜ਼ੀ ਸਿਰਫ ਉੱਥੇ ਹੀ ਜਾਇਓ ਜਿੱਥੇ ਕਿ ਤੁਹਾਨੂੰ ਲੱਗੇ ਕੋਈ ਲੀਗਲ ਪ੍ਰੋਵੀਜ਼ਨਸ ਨੂੰ ਦੱਸਣਾ ਹੈ। ਸੋ ਇਹ ਸਾਰਾ ਕੁਝ ਸਮਝਣ ਵਾਸਤੇ ਆਪਾਂ ਨੂੰ ਇਹਦਾ ਬੈਕਗਰਾਊਂਡ ਜ਼ਰੂਰ ਦੇਖਣਾ ਪੈਣਾ ਹੈਗਾ। ਔਰ ਕਈ ਵਾਰੀ ਹੁੰਦਾ ਕਿ ਬੈਕਗਰਾਊਂਡ ਇੰਨਾ ਲੰਬਾ ਖਿੱਚਿਆ ਜਾਂਦਾ ਕਿ ਨਵਾਂ ਜਿਹੜਾ ਤੱਤ ਨਿਕਲਦਾ ਉਹ ਪਿੱਛੇ ਰਹਿ ਜਾਂਦਾ। ਇਸ ਕਰਕੇ ਜਿਹੜਾ ਬੈਕਗਰਾਊਂਡ ਮੈਂ ਦੱਸੂਗਾ ਜ਼ਰੂਰ, ਲੇਕਿਨ ਉਹ ਜਿਹੜਾ ਬੈਕਗਰਾਊਂਡ ਹੈ ਉਹਨੂੰ ਮੈਂ ਸੰਖਿਪਤ ਤੌਰ 'ਤੇ ਛੋਟੇ ਤੋਂ ਛੋਟਾ ਰੱਖਣ ਦੀ ਕੋਸ਼ਿਸ਼ ਕਰਾਂਗਾ। ਭਾਰਤ ਦੇ ਸੰਵਿਧਾਨ ਤੋਂ ਪਹਿਲਾਂ ਵੀ ਸਕਸੈਸ਼ਨ ਦੇ ਅੱਡ-ਅੱਡ ਕਾਨੂੰਨ ਸੀ, ਅੱਡ-ਅੱਡ ਪ੍ਰੈਜ਼ੀਡੈਂਸੀਜ਼ ਦੇ ਕਾਨੂੰਨ ਸੀਗੇ। ਹਿੰਦੂ ਮਿਤਾਕਸ਼ਰਾ ਲਾਅ, ਕੋਈ ਤਾਇਬੰਗਾ ਲਾਅ, ਕੋਈ ਅੱਡ-ਅੱਡ ਤਰ੍ਹਾਂ ਦੇ ਕਾਨੂੰਨ ਸੀ। ਲੇਕਿਨ ਆਜ਼ਾਦੀ ਤੋਂ ਬਾਅਦ ਤੇ ਭਾਰਤ ਦੇ ਸੰਵਿਧਾਨ ਦੇ ਆਉਣ ਤੋਂ ਬਾਅਦ ਜਿਹੜਾ ਮੇਨ ਕਾਨੂੰਨ ਬਣਿਆ ਉਹ ਜਿਹੜਾ ਅੱਜ ਤੱਕ ਨਾਫਿਜ਼ ਹੈ ਉਹ ਤੁਹਾਡਾ ਹੈ ਜਿਹੜਾ ਭਲਾ ਕਰੇ ਹਿੰਦੂ ਸਕਸੈਸ਼ਨ ਐਕਟ 1956। ਇਹਦੇ ਵਿੱਚ ਵਸੀਤਾਂ ਵਗੈਰਾ ਦਾ ਕੋਈ ਤਲਕ ਨਹੀਂ, ਉਹਦਾ ਇੰਡੀਅਨ ਸਕਸੈਸ਼ਨ ਐਕਟ ਮੇਰੇ ਖਿਆਲ 1925 ਹੈ। ਉਹ ਅਲੱਗ ਚੀਜ਼ ਹੈ, ਐਨੀ ਹਿੰਦੂ ਮੇਲ ਔਰ ਫੀਮੇਲ ਕੈਨ ਐਗਜ਼ੀਕਿਊਟ ਅ ਵਿਲ। ਲੇਕਿਨ ਜਿਹੜਾ ਹਿੰਦੂ ਸਕਸੈਸ਼ਨ ਐਕਟ 1956 ਸੀ ਇਹ ਇੰਟਰਸਟੇਟ ਸਕਸੈਸ਼ਨ ਨੂੰ ਡੀਲ ਕਰਦਾ ਸੀ, ਬੋਥ ਮੇਲਸ ਐਂਡ ਫੀਮੇਲਸ। ਮਤਲਬ ਕਿ ਜਿਸ ਬੰਦੇ ਨੇ ਬਿਨਾਂ ਕਿਸੇ ਵਸੀਅਤ ਕਰੇ, ਚਾਹੇ ਰਜਿਸਟਰਡ ਚਾਹੇ ਖਾਨਗੀ ਵਸੀਅਤ ਉਹਨੇ ਨਹੀਂ ਛੱਡੀ, ਜੇ ਛੱਡੀ ਸੀ ਤਾਂ ਰਿਵੋਕ ਕਰਤੀ, ਬਿਨਾਂ ਕਿਸੇ ਟੈਸਟਮੈਂਟਰੀ ਡਾਕੂਮੈਂਟ 'ਤੇ ਵਸੀਅਤਨਾਮੇ 'ਤੇ ਅਗਰ ਉਹ ਫੌਤ ਹੁੰਦਾ, ਉਹਦੀ ਮੌਤ ਹੁੰਦੀ ਹੈ, ਤਾਂ ਉਹਦਾ ਜਿਹੜਾ ਸਕਸੈਸ਼ਨ ਹੈ ਉਹ ਗਵਰਨ ਹੁੰਦਾ, ਰੱਬ ਤੁਹਾਡਾ ਭਲਾ ਕਰੇ, ਹਿੰਦੂ ਸਕਸੈਸ਼ਨ ਐਕਟ 1956 ਦੇ ਨਾਲ।
ਸੋ ਜਿਹੜੀ ਤਾਂ ਫਾਦਰ ਜਾਂ ਮਦਰ ਦੀ ਸੈਲਫ ਅਕਵਾਇਰਡ ਪ੍ਰੋਪਰਟੀ ਹੈ ਉਹਦੇ ਵਿੱਚ ਤਾਂ ਭੈਣਾਂ ਨੂੰ ਹਿੱਸਾ ਮੁੱਢ ਕਦੀਮ ਤੋਂ ਹੀ, ਜਿੱਦਣ ਤੋਂ ਹਿੰਦੂ ਸਕਸੈਸ਼ਨ ਐਕਟ ਲਾਗੂ ਹੋਇਆ, ਉਹ ਭੈਣਾਂ ਨੂੰ ਹਿੱਸਾ ਜਾ ਰਿਹਾ। ਇਹ ਨਵੀਂ ਕੋਈ ਗੱਲ ਨਹੀਂ ਹੈ, 1956 ਦਾ ਜਾ ਰਿਹਾ। ਕਿਵੇਂ? ਅਗਰ ਫਾਦਰ ਦੀ ਡੈਥ ਹੁੰਦੀ ਹੈ, ਲੈਟਸ ਸੇ ਮੇਲ ਬੰਦੇ ਦੀ ਡੈਥ ਹੁੰਦੀ ਹੈ, 3 ਕੁੜੀਆਂ ਨੇ 2 ਮੁੰਡੇ ਨੇ, ਇੱਕ ਉਹਦੀ ਵਿਧਵਾ ਜਾਂ ਬੇਵਾ ਹੈ, ਤੇ ਮਾਂ ਹੈ, ਮਾਂ ਨੂੰ ਵੀ ਹਿੱਸਾ ਜਾਂਦਾ ਹੈ। ਤੋ ਸਾਰਿਆਂ ਨੂੰ ਮਾਂ, ਵਿਧਵਾ, 2 ਬੇਟੀਆਂ ਤੇ 3 ਪੁੱਤ, ਸਭ ਨੂੰ 3 ਤੇ 2 5 6 7 ਹਿੱਸੇ ਬਣਨੇ ਨੇ ਤੇ 1/7 ਹਿੱਸਾ ਉਹਨਾਂ ਨੂੰ ਚਲੇ ਜਾਣਾ ਹੈ। ਇਹ ਜਿਹੜੀ ਚੀਜ਼ ਸੀਗੀ ਇਹ ਮੇਲ ਹਿੰਦੂ ਦੀ ਸੈਲਫ ਅਕਵਾਇਰਡ ਪ੍ਰੋਪਰਟੀ ਦੇ ਵਾਸਤੇ ਹੈ। ਹੁਣ ਸੈਲਫ ਅਕਵਾਇਰਡ ਪ੍ਰੋਪਰਟੀ ਦਾ ਮਤਲਬ ਇਹ ਹੈ ਕਿ ਕਈ ਵਾਰੀ ਕਿ ਮੈਂ ਕਹਾਂ ਮੇਰੇ ਦਾਦਾ ਜੀ ਦੀ ਸੈਕਟਰ 28 'ਚ ਕੋਠੀ ਸੀ ਜੀ, ਮੇਰੇ ਫਾਦਰ ਸਾਹਿਬ ਨੂੰ ਹਿੱਸਾ ਆਇਆ 1/5, ਤੇ ਕੀ ਇਹ 1/5 ਉਹਨਾਂ ਦੀ ਐਂਸੈਸਟਰਲ ਪ੍ਰੋਪਰਟੀ ਹੋ ਗਈ ਤੇ ਹਿੰਦੂ ਕੋਪਰਸਨਲ ਪ੍ਰੋਪਰਟੀ ਹੋ ਗਈ? ਨਹੀਂ। ਜਿਹੜੀ ਇਸ ਵਿਰਾਸਤ ਨਾਲ ਵੀ ਆਈ ਉਹ ਵੀ ਅੱਗੇ ਡਾਟਰਸ ਨੂੰ ਹਿੱਸਾ 1956 ਦੇ ਐਕਟ ਦੇ ਮੁਤਾਬਕ ਜਾ ਰਿਹਾ ਸੀ ਔਰ ਹੁਣ ਤੱਕ ਜਾ ਰਿਹਾ ਹੈ। ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ। ਹਿੰਦੂ ਮੇਲ ਡਾਈਂਗ ਇੰਟਰਸਟੇਟ, ਹਿਜ਼ ਪ੍ਰੋਪਰਟੀ movable and immovable devolves on the widow, the daughters and sons in equal shares, and mind you the mother ਨੂੰ ਦਰਜਾ ਦਿੱਤਾ ਗਿਆ ਸਿਕਿਉਰਿਟੀ ਉਹ ਮਦਰ ਕਿ ਜੇ ਪੁੱਤ ਮਰਦਾ ਤਾਂ ਮਾਂ ਨੂੰ ਹਿੱਸਾ ਬਰਾਬਰ ਦਾ ਜ਼ਰੂਰ ਜਾਵੇ। ਇਹ ਹੈ ਗੱਲ ਤੁਹਾਡੀ ਔਨ ਦੀ ਹਿੰਦੂ ਸੈਲਫ ਅਕਵਾਇਰਡ ਜਾਂ ਇਨਹੈਰੀਟਡ ਪ੍ਰੋਪਰਟੀ ਵਾਸਤੇ ਵੀ ਪ੍ਰੈਕਟੀਕਲੀ ਇਹ ਇਸਤੇਮਾਲ ਹੁੰਦੀ ਹੈ। ਹਿੰਦੂ ਮੇਲ, ਹਿੰਦੂ ਫੀਮੇਲ ਦਾ ਤਕਰੀਬਨ ਸੇਮ ਹੈ। ਉੱਥੇ ਬੱਚਿਆਂ ਨੂੰ ਜਾਊਗੀ, ਘਰ ਵਾਲੇ ਨੂੰ ਜਾਊਗੀ, ਪਰ ਉੱਥੇ ਮਾਂ ਜਾਂ ਸੱਸ ਨੂੰ ਨਹੀਂ ਜਾਊਗੀ। ਸੋ ਇਸ ਕਰਕੇ ਫਰਕ ਸਿਰਫ ਇਤਨਾ ਹੈ ਮੇਲ ਤੇ ਫੀਮੇਲ ਦੇ ਜਿਹੜੇ ਕਲਾਸ 1 ਏਅਰਸ ਨੇ ਕਿ ਬੱਚਿਆਂ ਨੂੰ ਬਰਾਬਰ, ਮੁੰਡੇ ਚਾਹੇ ਕੁੜੀਆਂ, ਵਿਆਹੇ ਨੇ ਚਾਹੇ ਨਹੀਂ, ਜੇ ਕਿਸੇ ਦੀ ਅਨਫੋਰਚੂਨੇਟਲੀ ਪਹਿਲਾਂ ਫੌਤ ਹੋ ਗਈ ਉਹਦੇ ਗਾਹਾਂ ਬੱਚੇ ਨੇ, ਉਹਦਾ ਹਿੱਸਾ ਉਹਨਾਂ ਨੂੰ ਵੀ ਜਾਊਗਾ। ਸੋ ਦ ਡਾਟਰਸ had a share or right to a share in the self-acquired property of a Hindu male or a Hindu female ever since 1956। ਇਸ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਸੀ, ਉਹਨਾਂ ਨੂੰ ਹਿੱਸਾ ਮਿਲਦਾ ਸੀ, ਮਿਲਦਾ ਆ ਰਿਹਾ ਔਰ ਉਸ ਦੇ ਤੁਹਾਡੇ ਮੈਰਿਟਲ ਸਟੇਟਸ ਨਾਲ ਕੋਈ ਤਲਕ ਨਹੀਂ। ਦੂਜੀ ਗੱਲ ਇਹ ਹੈ ਕਿ ਸੈਲਫ ਅਕਵਾਇਰਡ ਪ੍ਰੋਪਰਟੀ ਜਿਹੜੀ ਹੈ, ਚਾਹੇ ਉਹ ਆਦਮੀ ਹੈ ਚਾਹੇ ਔਰਤ ਹੈ, ਉਹ ਆਪਣੇ ਵਸੀਅਤਨਾਮੇ ਨਾਲ ਕਿਸੇ ਮਰਜ਼ੀ ਨੂੰ ਦੇ ਸਕਦਾ ਹੈ। ਆਪਣੇ ਇੱਕ ਚਹੇਤੇ ਮੁੰਡੇ ਨੂੰ ਦੇ ਦੇਵੇ, ਕਾਲੇ ਚੋਰ ਨੂੰ ਦੇ ਦੇਵੇ, ਉਹ ਅਲੱਗ ਚੀਜ਼ ਹੈ। ਲੇਕਿਨ ਇੰਟਰਸਟੇਟ ਸਕਸੈਸ਼ਨ ਬਿਨਾਂ ਵਸੀਅਤ ਤੋਂ ਜਦੋਂ ਕੋਈ ਫੌਤ ਹੁੰਦਾ ਹੈ, ਹਿੰਦੂ ਮੇਲ ਔਰ ਫੀਮੇਲ, ਉਹਦਾ ਸਕਸੈਸ਼ਨ ਤੁਹਾਨੂੰ ਦੱਸਦਾ ਕਿ ਬੱਚਿਆਂ ਨੂੰ ਜਾਣਾ ਤੇ ਜਾਣਾ ਹੈ ਅੱਗੇ ਵਿਧਵਾ ਨੂੰ ਜਾਂ ਹਸਬੈਂਡ ਨੂੰ, ਵਿਡੋਰ ਕਹਿ ਲਓ, ਤੇ ਫੀਮੇਲ ਦੇ ਵਿੱਚ ਮਦਰ ਫਾਦਰ ਨੂੰ ਨਹੀਂ ਜਾਣਾ, ਮੇਲ ਦੇ ਵਿੱਚ ਮਦਰ ਅਗਰ ਜਿਉਂਦੀ ਹੈ ਤਾਂ ਉਹਨੂੰ ਜਾਣਾ। ਲੇਕਿਨ 1956 ਦੇ ਐਕਟ ਦੇ ਵਿੱਚ ਦਫਾ 6 ਦਾ ਇੱਕ ਸੇਵਿੰਗ ਕਲੌਜ਼ ਸੀ ਜਿਹੜਾ ਡੀਲ ਕਰਦਾ ਹੈ ਹਿੰਦੂ ਕੋਪਾਰਸਨਰੀ ਪ੍ਰੋਪਰਟੀ ਗਵਰਨਡ ਬਾਏ ਮਿਤਾਕਸ਼ਰਾ ਲਾਅ। ਹੁਣ ਇਹਨੂੰ ਆਪਾਂ ਮੋਟੇ ਤੌਰ ਤੇ ਜੁਆਇੰਟ ਫੈਮਿਲੀ ਪ੍ਰੋਪਰਟੀ, HUF ਪ੍ਰੋਪਰਟੀ, ਕੋਪਾਰਸਨਰੀ ਪ੍ਰੋਪਰਟੀ, ਮਿਤਾਕਸ਼ਰਾ ਪ੍ਰੋਪਰਟੀ, ਕੁਛ ਮਰਜ਼ੀ ਕਹੋ, ਲੇਕਿਨ ਇਸ ਦੇ ਵਿੱਚ ਜਿਹੜੇ ਇਹ ਪ੍ਰੋਪਰਟੀ ਬੜਾ ਇੱਕ ਕੰਪਲੀਕੇਟਡ ਕਨਸੈਪਟ ਹੈ। ਉਹ ਇਹ ਹੈ ਕਿ ਇਹ ਜਿਹੜੀ ਮੁੱਢ ਕਦੀਮ ਤੋਂ ਚੱਲੀ ਆ ਰਹੀ ਜਾਇਦਾਦ ਹੈ, ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਇਨਵੈਸਟਮੈਂਟਸ ਨੇ, ਉਹ ਵੈਸਟ ਕਰਦੀਆਂ ਨੇ ਫਾਦਰ ਦੇ ਵਿੱਚ, ਤੇ ਸਨ ਪੈਦਾ ਹੁੰਦੇ ਸਾਰ ਉਹਨੂੰ ਇੱਕ ਨੋਸ਼ਨਲ ਸ਼ੇਅਰ ਮਿਲ ਜਾਂਦਾ ਹੈ। ਦੇ ਆਰ ਕੋ ਪਾਰਟਨਰ, ਜਿਵੇਂ ਸਮਝੋ ਕਿ ਪਾਰਟਨਰਸ ਇਨ ਪ੍ਰੋਫਿਟ ਹੈ, ਕੋਈ ਫਰਮ ਹੈ ਉਹਦੇ ਵਿੱਚ ਉਹ ਪਾਰਟਨਰਸ ਨੇ, ਤੇ ਇਹ ਹਿੱਸੇ ਵੱਧਦੇ ਘਟਦੇ ਰਹਿੰਦੇ ਨੇ। ਬੰਦਾ ਹੈ, ਉਹਦਾ ਮੁੰਡਾ ਹੈ, ਮੁੰਡੇ ਦਾ ਵਿਆਹ ਹੋਇਆ ਤੇ ਗਾਹਾਂ ਉਹਦੇ ਗਾਹਾਂ ਮੁੰਡੇ ਹੋ ਗਏ ਤਾਂ ਉਹ ਹਿੱਸੇ ਵਧਣਗੇ। ਬਾਪ ਦਾ ਹਿੱਸਾ ਤੇ ਮੁੰਡਾ ਤੇ ਦੂਜਾ ਮੁੰਡਾ 3 ਹਿੱਸੇ ਹੋ ਗਏ। ਤੀਜੇ ਦਾ ਵਿਆਹ ਹੋਇਆ, ਉਹਦਾ ਅੱਗੇ ਇੱਕ ਮੁੰਡਾ ਜੰਮਿਆ ਤਾਂ ਉਹਦਾ 1/3 ਦਾ ਅੱਧ 'ਚ ਉਹਨੇ ਜਿਉਂਦੇ ਜੰਮਦੇ ਸਾਰ ਹੀ ਮਾਲਕ ਬਣ ਜਾਣਾ। ਸੋ ਇਸ ਕਰਕੇ ਇਹ ਜਿਹੜਾ 1956 ਦਾ ਐਕਟ ਸੀ ਉਹ ਇਹ ਕਹਿੰਦਾ ਸੀ ਜਿੱਥੋਂ ਤੱਕ ਇਹ ਹਿੰਦੂ ਮਿਤਾਕਸ਼ਰਾ ਪ੍ਰੋਪਰਟੀਜ਼ ਨੇ ਉਸ ਦੇ ਵਿੱਚ ਮੁੰਡਿਆਂ ਦਾ ਹਿੱਸਾ ਬਦਸਤੂਰ ਕਾਇਮ ਹੈ,
ਔਰ ਲੀਨੀਅਰ ਡਿਸੈਂਡੈਂਟਸ ਪੋਤਾ ਅੱਗੇ ਪੜਪੋਤਾ ਵੀ ਜੰਮਦਾ, ਉਹਦਾ ਜੰਮਦੇ ਸਾਰ ਹਿੱਸਾ ਉਸ ਹਿੰਦੂ ਮਿਤਾਕਸ਼ਰਾ ਪ੍ਰਾਪਰਟੀ ਦੇ ਵਿੱਚ ਆ ਗਿਆ ਤੇ ਲੜਕੀ ਨੂੰ ਕੋਈ ਹਿੱਸਾ ਨਹੀਂ ਹੈ। ਲੜਕੀ ਚਾਹੇ ਅਨਮੈਰਿਡ ਹੈ ਚਾਹੇ ਉਹ ਮੈਰਿਡ ਹੈ, ਉਹ ਸ਼ੀ ਇਜ਼ ਨਾਟ ਅ ਕੋ-ਪਾਰਟਨਰ। ਐਟ ਬੈਸਟ ਸ਼ੀ ਵਾਜ਼ ਡਿਸਕ੍ਰਾਈਬਡ ਐਜ਼ ਅ ਮੈਂਬਰ ਆਫ ਦੀ HUF। ਮੈਂਬਰ ਇਜ਼ ਨਾਟ ਅ ਕੋ-ਪਾਰਟਨਰ। ਔਰ ਉਹ ਕਹਿੰਦੇ ਉਦੋਂ ਤੱਕ ਹੈ ਜਿੰਨਾ ਚਿਰ ਅਨਮੈਰਿਡ ਹੈ। ਜਦੋਂ ਉਹਦਾ ਵਿਆਹ ਹੋ ਗਿਆ she becomes a member in the HUF of the husband। ਔਰ ਦੂਏ ਪਾਸੇ ਤੁਹਾਡੇ ਮੁੰਡੇ ਦਾ ਵਿਆਹ ਹੋ ਕੇ ਨੂੰਹ ਘਰ ਚ ਆ ਗਈ ਤਾਂ ਨੂੰਹ ਮੈਂਬਰ ਬਣ ਗਈ, ਘਰ ਵਾਲੀ ਮੈਂਬਰ ਹੈ, ਮਾਂ ਤੁਹਾਡੀ ਬੈਠੀ ਹੈ ਤਾਂ ਮੈਂਬਰ ਹੈ। ਸੋ ਅਗਰ ਕੋਈ ਆਮ ਸਧਾਰਨ ਲੈਂਗੁਏਜ ਪੁੱਛੇ ਕਿ ਜਨਾਬ ਇਹ ਮੈਂਬਰ ਤੇ ਕੋ-ਪਾਰਟਨਰ ਚ ਕੀ ਫਰਕ ਹੈ, ਇਹ ਸਮਝੋ ਕਿ ਜਿਹੜੇ ਮੈਂਬਰ ਤੇ ਬਾਕੀ ਸਾਰੇ ਮੁੰਡੇ ਨੂੰਹਾਂ ਕੁੜੀਆਂ ਇਹ ਤਾਂ ਇੱਕ ਜਨਰਲ ਬੋਡੀ ਹੈ, ਲੇਕਿਨ ਐਕਚੁਅਲੀ ਜਿਹੜਾ ਕੰਟਰੋਲ ਹੈ ਉਹ ਸੀਨੀਅਰ ਮੋਸਟ ਮੇਲ ਮੈਂਬਰ ਕਰਤਾ ਤੇ ਜਿਹੜੇ ਮੁੰਡੇ ਨੇ ਦੇ ਆਰ ਦੀ ਕੋ-ਪਾਰਟਨਰਸ, ਉਹਨਾਂ ਦੀ ਕੰਸੈਂਟ ਚਾਹੀਦੀ ਹੈ ਕੋਈ ਵੀ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ। ਔਰ 1956 ਦੇ ਐਕਟ ਦੇ ਵਿੱਚ ਲੜਕੀਆਂ ਨੂੰ ਕੋ-ਪਾਰਟਨਰ ਤਸੱਵਰ ਨਹੀਂ ਸੀ ਕੀਤਾ ਗਿਆ। ਇਹ ਕਿਹਾ ਗਿਆ ਸੀਗਾ ਕਿ ਅਗਰ ਬਾਪ ਆਪਣਾ ਹਿੱਸਾ, ਹੁਣ ਸਮਝੋ ਕਿ ਇੱਕ ਐਗਜ਼ਾਮਪਲ ਲਓ ਕਿ ਫਾਦਰ ਹੈ ਤੇ 3 ਮੁੰਡੇ ਨੇ, ਤਾਂ ਕਾਇਦੇ ਮੁਤਾਬਕ ਕੁੜੀਆਂ ਭਾਵੇਂ 5 ਹੋਣ, ਉਸ ਪ੍ਰਾਪਰਟੀ ਦੇ 4 ਹਿੱਸੇ ਨੋਸ਼ਨਲੀ ਬਣ ਰਹੇ ਨੇ। 3 ਮੁੰਡੇ ਤੇ ਚੌਥਾ ਜਿਉਂਦੇ ਜੀ ਪਿਓ। ਉਹ ਪਿਓ ਬੇਸ਼ੱਕ ਉਸ ਪ੍ਰਾਪਰਟੀ ਨੂੰ ਆਪਣੇ ਹਿੱਸੇ ਨੂੰ ਵਿਲ ਕਰ ਸਕਦਾ ਹੈ, ਔਰ ਵਿਲ ਨਾ ਕਰੇ ਉਹਦਾ ਜਿਹੜਾ ਸਕਸੈਸ਼ਨ ਹੈ ਉਹ ਹਿੰਦੂ ਸਕਸੈਸ਼ਨ ਐਕਟ ਦੇ ਮੁਤਾਬਕ ਲੜਕੀਆਂ ਨੂੰ ਜਾ ਸਕਦਾ ਹੈ। ਲੇਕਿਨ ਲੜਕਿਆਂ ਦਾ ਜਿਹੜਾ ਅਹੁਦਾ, ਰੁਤਬਾ, ਸਟੇਟਸ ਉਹ ਜੰਮਦੇ ਸਾਰ ਹੀ ਹੈ ਮੁੰਡੇ ਦਾ, ਜਿਹੜਾ ਕਿ ਲੜਕੀ ਦਾ ਨਾ ਮੈਰਿਡ ਨਾ ਅਨਮੈਰਿਡ ਦੀ ਹੈਸੀਅਤ ਦੇ ਵਿੱਚ ਨਹੀਂ ਸੀ। ਸੋ ਇਸ ਕਰਕੇ 1956 ਦੇ ਐਕਟ ਦੇ ਵਿੱਚ ਜਿਹੜੀ ਕੋ-ਪਾਰਟਨਰੀ HUF ਪ੍ਰਾਪਰਟੀ ਹੈ ਉਹਦਾ 90% ਬਦਸਤੂਰ ਉਸ ਨੂੰ ਕਾਇਮ ਰੱਖਿਆ ਗਿਆ। ਘੁੰਡੀ ਸਿਰਫ ਇਤਨੀ ਕਾਈ ਕਿ ਕੋਈ ਵੀ ਕੋ-ਪਾਰਟਨਰ ਚਾਹੇ ਤਾਂ ਆਪਣਾ ਹਿੱਸਾ ਵਸੀਅਤਨਾਮੇ ਦੇ ਸਕਦਾ ਹੈ ਤੇ ਜਾਂ ਉਸ ਨੂੰ ਉਹਦੇ ਸਕਸੈਸ਼ਨ ਦੇ ਵਿੱਚ ਉਹਦੀਆਂ ਕੁੜੀਆਂ ਨੂੰ ਜਾ ਸਕਦਾ ਅਗਰ ਵਸੀਅਤ ਨਾ ਹੋਵੇ। ਸੋ 1956 ਤੋਂ ਲੈ ਕੇ 2005 ਤੱਕ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਕਾਇਮ ਰਹੀਆਂ। ਆਪਾਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ, ਤੁਸੀਂ ਆਰਟੀਕਲ 14 ਦੀ ਗੱਲ ਕਰ ਲਓ, ਆਰਟੀਕਲ 15 ਦੀ ਗੱਲ ਕਰ ਲਓ। ਇਸ ਦੇ ਵਿੱਚ ਕਿਸੇ ਨੇ, ਕਿਸੇ ਕੌਂਸਟੀਟਿਊਸ਼ਨਲ ਕੋਰਟ ਨੇ ਕੋਈ ਹੱਕ ਫਾਦਰ ਦੀ ਜਿਹੜੀ ਪ੍ਰਾਪਰਟੀ ਹੈ, ਚਾਹੇ ਲੜਕੀ ਮੈਰਿਡ ਹੈ ਚਾਹੇ ਅਨਮੈਰਿਡ ਹੈ, ਚਾਹੇ ਪਿਓ ਪੁੱਤਾਂ ਦੀ ਆਪਸ 'ਚ ਤਕਸੀਮ ਹੋ ਗਈ, ਪਾਰਟੀਸ਼ਨ ਹੋ ਗਈ, ਲੜਕੀ ਨੂੰ ਕੋਈ ਹਿੱਸਾ ਦੇਣ ਦਾ ਪ੍ਰਾਵਧਾਨ ਐਜ਼ ਅ ਮੈਟਰ ਆਫ ਰਾਈਟ ਉਹਨਾਂ ਨੇ ਨਹੀਂ ਸੀ ਦਿੱਤਾ ਹੋਇਆ। ਸੋ 2005 ਦੇ ਵਿੱਚ ਕੀ ਹੋਇਆ? 2005 ਦੇ ਵਿੱਚ ਉਹ ਵੀ ਨਾ ਕਰਦੇ, ਦੇਖੋ ਜੀ ਅੱਜ ਤੋਂ 15 ਸਾਲ ਹੋ ਗਏ। ਉਹ ਕਾਨੂੰਨ ਜਿਹੜਾ ਬਣ ਕੇ ਨੋਟੀਫਾਈ ਹੋਇਆ 9 ਸਤੰਬਰ 2005 ਦੇ ਵਿੱਚ ਇਹ ਨੋਟੀਫਾਈ ਹੋਇਆ। ਉਹਨਾਂ ਨੇ ਇਹ ਕਿਹਾ, ਪਾਰਲੀਮੈਂਟ ਨੇ ਨਵਾਂ ਕਾਨੂੰਨ ਬਣਾ ਕੇ ਹਿੰਦੂ ਸਕਸੈਸ਼ਨ ਐਕਟ ਦਾ ਜਿਹੜਾ ਦਫਾ 6 ਸੀ ਉਹਨੂੰ ਸਬਸਟੀਟਿਊਟ ਹੀ ਕਰਤਾ। ਕਹਿੰਦੇ ਪਿਛਲੇ ਵਾਲਾ ਫਾਹਾ ਵੱਢੋ। ਅੱਜ ਤੋਂ ਜਨਾਬ ਉਹਨਾਂ ਨੇ ਕਹਿਤਾ ਕਿ ਜੀ ਕੁੜੀਆਂ ਜਿਹੜੀਆਂ ਨੇ ਇਹਨਾਂ ਨੂੰ ਮੁੰਡਿਆਂ ਵਾਲਾ ਹੀ ਅਹੁਦਾ ਹੈ ਐਟ ਐਂਡ ਫਰੋਮ ਬਰਥ। ਸੋ ਘਰ 'ਚ ਜੇ ਲక్ష్ਮੀ ਜੰਮਦੀ ਹੈ, ਲੜਕੀ ਪੈਦਾ ਹੁੰਦੀ ਹੈ, ਤਾਂ ਉਹਦੀ ਬਾਪ ਦੀ ਸੈਲਫ ਅਕਵਾਇਰਡ ਪ੍ਰਾਪਰਟੀ 'ਚ ਨਹੀਂ, ਜਿਹੜੀ ਐਂਸੈਸਟਰਲ ਕੋ-ਪਾਰਟਨਰੀ ਪ੍ਰਾਪਰਟੀ ਗਵਰਨਡ ਬਾਏ ਦੀ ਮਿਤਾਕਸ਼ਰਾ ਲਾਅ ਹੈ, ਉਸ ਦੇ ਵਿੱਚ ਮੁੰਡੇ ਜਿੰਨਾ ਹੀ ਹੱਕ ਕਾਇਮ ਹੋ ਗਿਆ। ਕਾਨੂੰਨ ਇਹ ਕਹਿਣਾ ਚਾਹੁੰਦਾ ਸੀ ਕਿ ਇੱਕ ਬੰਦਾ ਹੈ, ਉਹਦੇ 3 ਮੁੰਡੇ ਤੇ 1 ਲੜਕੀ ਹੈ। ਹੁਣ ਉਹਦੇ ਜਿਹੜੇ ਨੋਸ਼ਨਲ ਹਿੱਸੇ ਬਣਨੇ ਨੇ ਉਹ 4 ਨਹੀਂ ਜਨਾਬ 5 ਬਣਨਗੇ। 1 ਲੜਕੀ ਹੋਰ ਪੈਦਾ ਹੋ ਗਈ ਤਾਂ ਹਿੱਸੇ 6 ਬਣਨਗੇ।
एक मुंडा होर पैदा हो गया, हिस्से 7 बन गए। कोपार्सनरी प्रॉपर्टी की एक सेलीएंट करैक्टरिस्टिक कह लो, एक इंटरस्टिंग फीचर कह लो कि जिमें जिमें कोई बर्थ होंदा है ਤਾਂ ਉਹਨੂੰ ਜੰਮਦੇ ਸਾਰ ਉਸ ਪ੍ਰੋਪਰਟੀ 'ਚ ਨੋਸ਼ਨਲ ਹਿੱਸਾ ਮਿਲ ਜਾਂਦਾ ਤੇ ਨੈਚੁਰਲੀ ਜੇ ਪ੍ਰੋਪਰਟੀ ਤਾਂ ਉਨੀ ਹੋ ਹੈ ਤੇ ਬਾਕੀਆਂ ਦਾ ਜਿਹੜਾ ਹਿੱਸਾ ਹੈ ਪਿਓ ਸਣੇ ਉਹ ਘਟ ਜਾਂਦਾ ਹੈ। ਸੋ 2005 ਦੇ ਐਕਟ ਦੀ ਬੜੀ ਸ਼ਲਾਘਾ ਹੋਈ। ਉਸ ਵੇਲੇ ਸਾਹਿਬ ਮਨਮੋਹਨ ਸਿੰਘ ਦੀ UPA 1 ਸਰਕਾਰ ਸੀ ਔਰ ਆਪੋਜੀਸ਼ਨ ਨੇ ਵੀ ਸਮਰਥਨ ਕੀਤਾ ਤੇ ਪ੍ਰੈਸ ਦੇ ਵਿੱਚ ਵੀ ਵਿਮਨ ਗਰੁੱਪ, ਜੈਂਡਰ ਰਾਈਟਸ, ਇਹਨਾਂ ਦੇ ਬੜੀ ਬੱਲੇ ਬੱਲੇ ਹੋਈ ਕਿ ਜੀ ਦੇਖੋ ਹੁਣ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ 1947 ਤੋਂ ਭਾਰਤ ਆਜ਼ਾਦ ਹੋਇਆ, 26 ਜਨਵਰੀ 1950 ਤੋਂ ਤੁਹਾਡਾ ਸੰਵਿਧਾਨ ਲਾਗੂ ਹੋਇਆ, 1956 ਦਾ ਮੋਤੀਆਂ ਵਾਲਿਓ ਤੁਹਾਡਾ ਹਿੰਦੂ ਸਕਸੈਸ਼ਨ ਐਕਟ ਆਇਆ ਹੋਇਆ, ਲੇਕਿਨ ਲੜਕੀਆਂ ਨੂੰ ਬਾਪ ਦੀ ਪ੍ਰਾਪਰਟੀ ਦੇ ਵਿੱਚ ਬਰਾਬਰ ਦਾ ਹੱਕ ਨਹੀਂ ਸੀ ਦਿੱਤਾ। ਤੇ ਅੱਜ ਦੀ ਮੌਕੇ ਦੀ ਸਰਕਾਰ ਨੇ ਇਸ ਹਿੰਦੂ ਸਕਸੈਸ਼ਨ ਐਕਟ ਦੇ ਦਫਾ 6 ਨੂੰ ਸਬਸਟੀਟਿਊਟ ਕਰਕੇ ਇਹ ਨਵਾਂ ਇੱਕ ਹੱਕ ਦੇਤਾ ਹੈ ਕਿ ਲੜਕੀ ਪੈਦਾ ਹੁੰਦੇ ਸਾਰ ਆਪਣੇ ਫਾਦਰ ਦੀ ਕੋਪਾਰਸਨਰੀ ਪ੍ਰੋਪਰਟੀ ਦੇ ਵਿੱਚ ਹਿੱਸੇਦਾਰ ਬਣ ਗਈ ਨੋਸ਼ਨਲ ਟਰਮਸ ਤੇ। ਕੱਲ੍ਹ ਨੂੰ ਤਕਸੀਮ ਹੁੰਦੀ ਹੈ, ਤਕਸੀਮ ਕਰਾਉਂਦੀ ਹੈ, ਸਕਸੈਸ਼ਨ ਹੁੰਦਾ। ਕਾਨੂੰਨ ਨੇ ਬੇਟੀ ਨੂੰ ਬਰਾਬਰ ਦੇ ਰਾਈਟਸ ਐਂਡ ਲਾਇਬਿਲਿਟੀਜ਼, ਅਗਰ ਕੋਈ ਲਾਇਬਿਲਿਟੀ ਹੈ, ਕੋਈ ਪੁਰਾਣਾ ਲੋਨ ਹੈ, ਉਹ HUF ਪ੍ਰੋਪਰਟੀ ਤੁਸੀਂ ਇਨਹੈਰਿਟ ਕਰਦੇ ਹੋ, ਉਹ ਉੱਥੇ ਰਿਕਵਰੀ ਵੀ ਹੋ ਸਕਦੀ ਹੈ। ਸੋ ਬਰਾਬਰ ਦੇ ਹਕੂਕ, ਰਾਈਟਸ ਐਂਡ ਲਾਇਬਿਲਿਟੀਜ਼ were conferred with effect from 9th of September 2005। ਇੱਕ ਉਹਨਾਂ ਨੇ ਵਿੱਚ ਐਕਸੈਪਸ਼ਨ ਦਿੱਤੀ ਕਿ ਵੀ ਜੇ 20 ਦਸੰਬਰ 2004 ਤੋਂ ਪਹਿਲਾਂ, 20 ਦਸੰਬਰ 2004 ਕੀ ਹੈ, ਉਦਣ ਇਹ ਜਿਹੜਾ ਅਮੈਂਡਮੈਂਟ ਬਿੱਲ ਸੀ ਰਾਜ ਸਭਾ 'ਚ ਇੰਟਰੋਡਿਊਸ ਹੋਇਆ ਸੀ। ਸੋ ਦੇਅਰਫੋਰ ਦੇ ਕੰਟੈਂਟਸ ਵਰ ਇਨ ਦ ਪਬਲਿਕ ਡੋਮੇਨ। ਲੋਕ ਕਹਿਣ ਕਿ ਕਾਨੂੰਨ ਬਣਨ ਵਾਲਾ ਤੇ ਮੁੜ ਕੇ ਉਹ HUF ਨੂੰ ਤਕਸੀਮ ਕਰਕੇ ਬੇਟੀਆਂ ਨੂੰ ਮਹਿਰੂਮ ਕਰਨ। ਉਹਨਾਂ ਨੇ ਕਿਹਾ ਕਿ ਵੀ ਜੇ 20 ਦਸੰਬਰ 2004 ਚੰਦ ਮਹੀਨੇ ਪਹਿਲਾਂ ਤੁਸੀਂ ਪ੍ਰਾਪਰਟੀ ਆਪਣੀ ਤਕਸੀਮ ਪਿਓ ਪੁੱਤਾਂ ਨੇ ਕਰ ਲਈ ਹੈ, ਰਜਿਸਟਰਡ ਪਾਰਟੀਸ਼ਨ ਡੀਡ ਹੈ ਜਾਂ ਕੋਰਟ ਦੀ ਡਿਕਰੀ ਦੇ ਜ਼ਰੀਏ ਹੈ, ਤਾਂ ਉੱਥੇ ਫਿਰ ਲੜਕੀਆਂ ਦਾ ਹਿੱਸਾ ਨਹੀਂ ਰਹਿਣਾ ਕਿਉਂਕਿ ਉਹ ਕੋਪਾਰਸਨਰੀ ਪ੍ਰੋਪਰਟੀ ਆਫਟਰ ਪਾਰਟੀਸ਼ਨ ਇਟ ਸੀਜ਼ਸ ਟੂ ਬੀ ਅ ਕੋਪਾਰਸਨਰੀ ਪ੍ਰੋਪਰਟੀ। ਲੇਕਿਨ ਬਹੁਤ ਘੱਟ ਉਸ ਤਰ੍ਹਾਂ ਦੇ ਕੇਸ ਨੇ। 2005 ਦੇ ਐਕਟ ਨੇ ਇਹ ਕਿਹਾ ਕਿ ਇਹ ਐਕਟ ਜਨਾਬ ਲਾਗੂ ਹੈ 9 ਸਤੰਬਰ 2005 ਤੋਂ 2005 ਤੋਂ, ਔਰ ਅਗਰ ਇਹ ਕਾਨੂੰਨ ਲਾਗੂ ਹੈ ਤਾਂ ਲੜਕੀਆਂ ਨੂੰ ਫਰੋਮ ਬਰਥ ਮੋਤੀਆਂ ਵਾਲਿਓ ਫਾਦਰ ਦੀ ਪ੍ਰਾਪਰਟੀ 'ਚ ਬਰਾਬਰ ਦਾ ਹਿੱਸਾ ਹੈ। ਹੁਣ ਕਾਨੂੰਨ ਬਣ ਗਿਆ ਜੀ, ਔਰ ਕਾਨੂੰਨ ਦੇ ਫਿਰ ਜਿਹੜੇ ਨੁਕਤੇ ਨੇ ਅਗਰ ਉਸ ਅਮੈਂਡਮੈਂਟ ਦੇ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਸੀਗੇ ਤਾਂ ਕੋਰਟ ਕਚਹਿਰੀਆਂ 'ਚ ਜਾਣੇ ਸ਼ੁਰੂ ਹੋਏ। ਹੁਣ ਮੁੱਦਾ ਇਸ ਦੇ ਵਿੱਚ ਇਹ ਬਣਦਾ ਹੈ ਕਿ ਜਨਾਬ ਇਹ ਜਿਹੜਾ ਕਾਨੂੰਨ ਬਣਾਤਾ ਪਾਰਲੀਮੈਂਟ ਨੇ ਸਿਰ ਮੱਥੇ, ਲੇਕਿਨ ਕਿਤੇ ਵੀ ਇਹਨਾਂ ਨੇ ਇਹ ਨਹੀਂ ਲਿਖਿਆ ਕਿ ਇਹ ਰਿਟਰੋਸਪੈਕਟਿਵ ਹੈ ਕਿ ਬੈਕ ਡੇਟ ਤੋਂ ਲਾਗੂ ਹੋਣਾ। ਉਹ ਕਹਿੰਦੇ ਜੀ ਉਹਦਾ ਕੀ ਮਤਲਬ? ਕਹਿੰਦੇ ਜੀ ਇਹ ਕਾਨੂੰਨ ਤਾਂ ਫੋਰਸ 'ਚ ਆਇਆ ਹੈ 9 ਸਤੰਬਰ 2005 ਤੋਂ, ਤੇ ਭੈਣ ਜਿਹੜੀ ਜਾਂ ਲੜਕੀ ਜਿਹੜੀ ਹਿੱਸਾ ਮੰਗ ਰਹੀ ਹੈ ਇਹ ਤਾਂ 1959 ਦਾ ਬਰਥ ਹੈ, ਇਹਦਾ 1965 ਦਾ ਬਰਥ ਹੈ, 1972 ਦਾ ਬਰਥ ਹੈ, ਭਾਵੇਂ 1 ਸਾਲ ਪਹਿਲਾਂ ਦਾ ਬਰਥ ਹੈ। ਤੁਸੀਂ ਅੱਜ 9 ਸਤੰਬਰ 2005 'ਚ ਜਾ ਕੇ ਕਹਿ ਰਹੇ ਹੋ ਕਿ 4 ਸਤੰਬਰ 1959 ਨੂੰ ਜੇ ਮੇਰੀ ਸਕੀ ਭੈਣ ਪੈਦਾ ਹੋਈ ਤਾਂ ਮੇਰੇ ਫਾਦਰ ਦੀ HUF ਦੇ ਵਿੱਚ ਉਹਨੂੰ ਨੋਸ਼ਨਲ ਹਿੱਸਾ ਮੋਤੀਆਂ ਵਾਲਾ ਮਿਲ ਗਿਆ। ਇਹ ਰਿਟਰੋਸਪੈਕਟਿਵ ਹੈ, ਇਹ ਤਾਂ ਕਿਤੇ ਨਹੀਂ ਲਿਖਿਆ ਪਾਰਲੀਮੈਂਟ ਨੇ, ਇਹ ਤੁਸੀਂ ਗਲਤ ਕਰ ਰਹੇ ਹੋ। ਨੰਬਰ 1 ਇਹ। ਦੂਜੀ ਗੱਲ ਉਹਨਾਂ ਨੇ ਇਹ ਆਖੀ ਕਿ ਵੀ ਇਹ ਮੈਰਿਡ ਤੇ ਅਨਮੈਰਿਡ ਡਾਟਰਸ ਦਾ ਹਿੰਦੂ ਲਾਅ ਦੇ ਵਿੱਚ ਬੜਾ ਕਲੀਅਰ ਇਸ ਦੇ ਵਿੱਚ ਡਿਫਰੈਂਸੀਏਸ਼ਨ ਚੱਲੀ ਆ ਰਹੀ ਹੈ ਕਿ ਜਿਹੜੀ ਮੈਰਿਡ ਡਾਟਰ ਹੈ ਉਹਦੇ ਹੱਕ ਹਕੂਕ ਜਿੰਨੇ ਨੇ ਆਪਣੇ ਘਰ ਵਾਲੇ ਦੀ, ਪਤੀ ਦੀ ਫੈਮਿਲੀ ਦੇ ਵਿੱਚ ਹੁੰਦੇ ਨੇ। ਹੁਣ ਤੁਸੀਂ ਜਨਾਬ ਇਸ 'ਚ ਕਲੀਅਰ ਨਹੀਂ ਕੀਤਾ ਕਿ ਜਿਹੜੀ ਡਾਟਰ ਇੱਕ ਤਾਂ 9 ਸਤੰਬਰ 2005 ਤੋਂ ਪਹਿਲਾਂ ਜੇ ਪੈਦਾ ਹੋਈ ਹੈ ਤਾਂ ਉਹਨੂੰ ਹੱਕ ਦੇਣਾ ਹੈ ਕਿ ਨਹੀਂ ਦੇਣਾ। ਨੰਬਰ 2, ਜੇ ਉਹ ਦੇਣਾ ਵੀ ਹੈ ਤਾਂ ਮੈਰਿਡ ਡਾਟਰ ਨੂੰ ਦੇਣਾ ਕਿ ਨਹੀਂ ਦੇਣਾ। ਸੋ therefore the legal question before the Supreme Court was whether daughters
born before the commencement of the amendment to the Hindu Succession Act, which was notified on the 9th of September 2005, whether those daughters were to be given and regarded as full-fledged co-parsons, ਉਹਨਾਂ ਨੂੰ ਭਰਾਵਾਂ ਦੇ ਬਰਾਬਰ ਦਾ ਹਿੱਸਾ ਮੋਤੀਆਂ ਵਾਲਿਓ ਦੇਣਾ ਹੈ ਸੀ ਕਿ ਨਹੀਂ। ਇੱਕ ਤਾਂ ਮੁੱਦਾ ਇਹ ਸੀ। ਦੂਜਾ ਉਹ ਕਹਿੰਦੇ ਜਨਾਬ ਆਲ ਰਾਈਟ ਲਾਅ ਆਫ ਦ ਲੈਂਡ ਇਹ ਬਣ ਗਿਆ 9 ਸਤੰਬਰ 2005 ਤੋਂ, ਲੇਕਿਨ ਸਾਡੇ ਤਾਂ ਪਿਤਾ ਜੀ ਦੀ, ਬੋ ਜੀ ਦੀ, ਪਾਪਾ ਜੀ ਦੀ, ਦਾਰ ਜੀ ਦੀ, ਬਾਪੂ ਜੀ ਦੀ ਤਾਂ ਡੈਥ ਉਦੋਂ ਜਨਾਬ ਪਹਿਲਾਂ ਹੋ ਗਈ ਸੀ। ਜੇ ਡੈਥ ਪਹਿਲਾਂ ਹੋ ਗਈ ਸੀ ਤਾਂ ਉਹਨਾਂ ਦੀ HUF ਤਾਂ ਪਹਿਲਾਂ ਹੀ ਇਸ ਕਾਨੂੰਨ ਦੇ ਆਉਣ ਤੋਂ ਪੁਰਾਣੇ ਕਾਨੂੰਨ ਦੇ ਮੁਤਾਬਕ ਮੁੰਡਿਆਂ ਨੂੰ ਹਿੱਸਾ ਚਲਾ ਗਿਆ ਸੀ। ਬਾਪੂ ਦਾ ਜੋ ਕੋਈ ਹਿੱਸਾ ਸੀਗਾ ਉਹ ਵੀ ਮੁੰਡਿਆਂ ਨੂੰ ਚਲਾ ਗਿਆ, ਵਸੀਅਤ ਉਹਨਾਂ ਨੇ ਕੋਈ ਰੱਖੀ ਨਹੀਂ ਸੀ। ਤੋ ਇਹ ਜਨਾਬ ਹੁਣ ਤੁਸੀਂ ਜਾ ਕੇ 9 ਸਤੰਬਰ 2005 ਦੇ ਵਿੱਚ ਉਹਨਾਂ ਦੀ ਫੌਤ ਤਾਂ ਹੋਈ 1960 ਦੇ ਵਿੱਚ, 1972 ਦੇ ਵਿੱਚ, 1980 ਦੇ ਵਿੱਚ। ਉਹ ਗਾਹਾਂ ਉਹਨਾਂ ਦੇ ਮੁੰਡਿਆਂ ਦੇ ਮੁੰਡੇ ਜੰਮ ਗਏ, ਅੱਗੇ ਉਹਨਾਂ ਨੇ ਵੇਚ ਲੀਆਂ, ਤਕਸੀਮਾਂ ਹੋ ਗਈਆਂ ਮੋਤੀਆਂ ਵਾਲਿਓ। ਇਹ ਦੱਸੋ ਕਿ ਵੇਅਰ ਦੀ ਫਾਦਰ ਹੈਜ਼ ਡਾਈਡ ਬਿਫੋਰ 9th of September 2005, 2005 ਤੋਂ 9 ਸਤੰਬਰ ਤੋਂ ਪਹਿਲਾਂ ਹੀ ਅਨਫੋਰਚੂਨੇਟਲੀ ਫਾਦਰ ਸਾਹਿਬ ਦੀ ਮੌਤ ਹੋ ਚੁੱਕੀ ਹੈ, ਕਿਉਂਕਿ ਦ ਲਾਅ ਵਾਜ਼ ਸੇਮ ਬਿਟਵੀਨ 1956 ਐਂਡ 9 ਸਤੰਬਰ 2005। ਉੱਥੇ ਹੁਣ ਤੁਸੀਂ ਜਾ ਕੇ ਬੈਕਡੇਟ ਤੋਂ ਹਿੱਸਾ ਦੇ ਰਹੇ ਹੋ। ਕਾਨੂੰਨ ਤਾਂ ਤੁਹਾਡਾ ਕਹਿੰਦਾ ਕਿ ਅਸੀਂ ਇਹ ਜਨਾਬ ਰਿਟਰੋਸਪੈਕਟਿਵ ਇਫੈਕਟ ਹੈ ਕੋਈ ਨਹੀਂ। ਸੋ ਅੱਡ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦੇ ਅੱਡ ਜਿਹੜੇ ਬੈਂਚ ਸੀ, ਉਹਨਾਂ ਦੇ ਅੱਡ ਤੇ ਕਨਫਲਿਕਟਿੰਗ ਜਜਮੈਂਟਸ ਆ ਰਹੀਆਂ ਸੀ। ਈਵਨ ਕਿ ਸੁਪਰੀਮ ਕੋਰਟ ਦੇ ਜਿਹੜੇ 2 ਜੱਜ ਸਾਹਿਬਾਨ ਦੇ ਜਿਹੜੇ ਬੈਂਚ ਨੇ, ਜਿਹੜੇ ਨਾਰਮਲ ਬੈਂਚ ਨੇ, ਉਹਨਾਂ ਦੇ ਵਿੱਚ ਵੀ ਡਿਫਰੈਂਸ ਆਫ ਓਪੀਨੀਅਨ ਸੀ। ਔਰ ਇੱਕ ਸ਼ਾਇਦ ਫੂਲਵਤੀ ਕੇਸ ਪੁਰਾਣਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਲੜਕੀ ਇਸ ਤਰੀਕ ਤੋਂ ਬਾਅਦ ਪੈਦਾ ਹੋਈ ਹੈ, ਇੱਕ ਕਲਾਸੀਫਿਕੇਸ਼ਨ ਕ੍ਰੀਏਟ ਕਰ ਦਿੱਤੀ ਹੈ, ਉਹਨੂੰ ਹੱਕ ਮਿਲਣਾ, ਜਿਹੜੀਆਂ ਪਿਛਲੀਆਂ ਜੰਮੀਆਂ ਨੇ ਉਹਨਾਂ ਨੂੰ ਨਹੀਂ ਹੱਕ ਮਿਲਣਾ। ਕੋਈ ਇਸ ਤਰ੍ਹਾਂ ਦੀ ਸ਼ਾਇਦ ਗੱਲ ਆਖੀ। ਇਸ ਕਰਕੇ ਇਹ ਸਾਰਾ ਦਾ ਸਾਰਾ ਮਸਲਾ, ਜਿਸ ਤੇ ਸੈਂਕੜਿਆਂ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਨਸਰ ਕਰਦੇ ਨੇ ਸਿਵਲ ਸੂਟ, ਉਹਨਾਂ ਦੀਆਂ ਅਪੀਲਾਂ, ਹਾਈ ਕੋਰਟ ਰਿਟਾਂ, ਅੱਡ ਹਾਈ ਕੋਰਟਾਂ ਦੇ ਅੱਡ ਫੈਸਲੇ, ਸੁਪਰੀਮ ਕੋਰਟ ਦੇ ਅੱਡ ਬੈਂਚ, ਉਹਨਾਂ ਦਾ ਸਾਰਿਆਂ ਦਾ ਜਿਹੜਾ ਸੀਗਾ ਨਿਚੋੜ ਸੁਪਰੀਮ ਕੋਰਟ ਨੇ ਫਿਰ ਕੱਢਿਆ ਜੀ 11 ਅਗਸਤ 2020 ਨੂੰ। ਔਰ 3 ਜਿਹੜੇ ਜੱਜ ਸਾਹਿਬਾਨ, ਜਸਟਿਸ ਅਰੁਣ ਮਿਸ਼ਰਾ ਸਾਹਿਬ, S ਅਬਦੁਲ ਨਜ਼ੀਰ ਤੇ MR ਸ਼ਾਹ, ਇਹਨਾਂ ਨੇ 121 ਪੇਜ ਦੀ ਜਜਮੈਂਟ ਹੈ। ਜੇ ਕਹੂੰ ਤਾਂ ਮੈਂ ਉਹਦਾ ਨਾਲ ਲਿੰਕ ਲਾ ਦੂੰਗਾ ਇਹਦੇ ਕਮੈਂਟ ਸੈਕਸ਼ਨ ਦੇ ਵਿੱਚ, ਲੇਕਿਨ ਉਹਨਾਂ ਨੇ ਨਿਚੋੜ, ਤੱਤ, ਜਿਸਟ, ਵਾਟ ਇਜ਼ ਦੀ ਓਪਰੇਟਿਵ ਪਾਰਟ, ਅਖੀਰਲੇ 2 ਪੇਜ ਹੀ ਤੁਸੀਂ ਇਹ ਪੜ੍ਹ ਲਓ। ਉਹਨਾਂ ਨੇ ਇਹ ਕਿਹਾ, ਦੇਖੋ ਪਹਿਲੀ ਗੱਲ, ਪਿਤਾ ਜੀ 9 ਸਤੰਬਰ ਤੋਂ ਪਹਿਲਾਂ ਫੌਤ ਹੋਏ ਜਾਂ ਰੱਬ ਸੁੱਖ ਰੱਖੇ ਅੱਜ ਵੀ ਜਿਉਂਦੇ ਨੇ, ਮੇ ਹੀ ਲਿਵ ਲੌਂਗ, ਤਾਂ ਉਹਦਾ ਕੋਈ ਫਰਕ ਨਹੀਂ ਹੈ, ਕਿਉਂਕਿ ਜਿਹੜੀ ਪ੍ਰਾਪਰਟੀ ਤਾਂ ਕੋ-ਪਾਰਸਨਰੀ ਪ੍ਰਾਪਰਟੀ ਹੈ, ਉਹ ਤੁਰ ਗਏ ਤਾਂ ਅੱਗੇ ਮੁੰਡੇ ਨੇ, ਭਰਾ ਨੇ। So therefore they have said that the death of the father before 9th of September 2005 is irrelevant for the purpose of this amendment. ਇਹਦਾ ਮਤਲਬ ਪਿਛਲੀਆਂ ਜਿਹੜੀਆਂ ਵਿਰਾਸਤਾਂ HUF ਦੇ ਸ਼ੇਅਰ ਡਿਟਰਮਿਨ ਹੋਏ, ਉਹਦੇ ਵਿੱਚ ਵੀ ਭੈਣ ਦਾ ਹਿੱਸਾ ਬੈਕਡੇਟ ਤੋਂ ਕੈਲਕੂਲੇਟ ਹੋਣਾ। ਦੂਜੀ ਗੱਲ ਉਹਨਾਂ ਨੇ ਆਖੀ, ਕਹਿੰਦੇ ਜੀ ਡਾਟਰ ਚਾਹੇ 9 ਸਤੰਬਰ 2005 ਤੋਂ ਪਹਿਲਾਂ ਪੈਦਾ ਹੋਈ ਹੈ ਜਾਂ ਬਾਅਦ 'ਚ ਹੋਈ ਹੈ, ਚਾਹੇ ਉਹ ਮੈਰਿਡ ਹੈ ਚਾਹੇ ਨਹੀਂ, ਚਾਹੇ ਉਹ ਮੈਰਿਜ ਹੋ ਕੇ ਵਿਡੋ ਹੋ ਗਈ, ਮੈਰਿਜ ਹੋ ਕੇ ਡਾਈਵੋਰਸ ਹੋ ਗਈ, ਡਾਟਰ ਦੇ ਮੈਰਿਟਲ ਸਟੇਟਸ ਦਾ ਕੋਈ ਇੰਪੈਕਟ ਨਹੀਂ ਹੈ। ਉਹਨੂੰ ਫਾਦਰ ਦੀ ਜਿਹੜੀ ਅਨਡਿਵਾਈਡਡ ਕੋ-ਪਾਰਸਨਰੀ ਪ੍ਰਾਪਰਟੀ ਗਵਰਨਡ ਬਾਏ ਮਿਤਾਕਸ਼ਰਾ ਲਾਅ ਹੈ, ਉਹ ਜਨਾਬ ਮਿਲਣਾ ਹੀ ਮਿਲਣਾ ਹੈ।
ਸੋ ਤੁਸੀਂ ਇਹ ਦੇਖੋ ਕਿ ਬਹੁਤ ਭਾਰੀ ਇਹ ਜਜਮੈਂਟ ਹੈ, ਸ਼ਾਇਦ ਆਪਾਂ ਇਹਨੂੰ ਰਿਅਲਾਈਜ਼ ਨਹੀਂ ਕਰ ਰਹੇ ਇੱਥੇ, ਪਰ ਫਿਰ ਵੀ ਮੈਂ ਇੱਕ ਵਾਰੀ ਕਹਿ ਦਾਂ ਕਿ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੈ ਫਾਦਰ ਦੀ ਜਾਂ ਮਦਰ ਦੀ ਜਾਂ ਕਿਸੇ ਦੀ, ਸੈਲਫ ਅਕਵਾਇਰਡ ਪ੍ਰਾਪਰਟੀ ਤੇ ਇਹ ਲਾਗੂ ਨਹੀਂ ਹੁੰਦੀ। ਸੈਲਫ ਅਕਵਾਇਰਡ ਪ੍ਰਾਪਰਟੀ ਵਿਲ ਕੰਟੀਨਿਊ ਟੂ ਬੀ ਗਵਰਨਡ ਬਾय in case of males by section 8 of the Hindu Succession Act। ਉਹ ਮੈਂ ਤੁਹਾਨੂੰ ਦੱਸਿਆ, ਭੈਣਾਂ ਭਰਾਵਾਂ ਵਿਧਵਾ ਤੇ ਮਾਂ ਨੂੰ ਬਰਾਬਰ ਦਾ ਹਿੱਸਾ ਜਾਣਾ ਹੈ। ਸਿਮਿਲਰਲੀ ਅਗਰ there is a Hindu female, ਉਹਦੀ ਵਿਰਾਸਤ ਸੈਲਫ ਅਕਵਾਇਰਡ ਹੈ ਤਾਂ ਉਹ ਹਿੱਸਾ ਕਿਵੇਂ ਜਾਣਾ ਹੈ? ਮੁੰਡੇ ਕੁੜੀਆਂ ਤੁਹਾਡੇ ਜਿਹੜੇ ਨੇ ਘਰ ਵਾਲੇ ਨੂੰ ਜਾਣਾ ਹੈ, ਉੱਥੇ ਮਾਂ ਜਾਂ ਸੱਸ ਵਗੈਰਾ ਨੂੰ ਪਹਿਲੇ ਹਲੇ ਨਹੀਂ ਜਾਣਾ, ਗਾਹਾਂ ਜਾਣਾ ਜੇ ਆਪਣੇ ਮੁੰਡੇ ਨਾ ਹੋਣ, ਆਪਣੇ ਬੱਚੇ ਨਾ ਹੋਣ। ਸੋ ਇਸ ਕਰਕੇ ਐਜ਼ ਫਾਰ ਐਜ਼ ਦੀ ਹਿੰਦੂ ਕੋਪਾਰਸਨਰੀ ਮਿਤਾਕਸ਼ਰਾ ਪ੍ਰੋਪਰਟੀ ਇਜ਼ ਕੰਸਰਨਡ, ਰਿਟਰੋਸਪੈਕਟਿਵਲੀ ਫਰੋਮ ਦ ਬੈਕ ਡੇਟ ਭੈਣਾਂ ਨੂੰ ਹਿੱਸਾ ਮਿਲਣਾ ਹੈ, ਚਾਹੇ ਬਾਪੂ ਜੀ ਅੱਜ ਪੂਰੇ ਹੋਏ ਨੇ, ਚਾਹੇ 20 ਸਾਲ ਪਹਿਲਾਂ ਪੂਰੇ ਹੋਏ ਸੀ। ਸਿਰਫ ਇੱਕ ਉਹਨਾਂ ਨੇ ਥੋੜੀ ਜਿਹੀ ਗੁੰਜਾਇਸ਼ ਸੁਪਰੀਮ ਕੋਰਟ ਨੇ ਛੱਡੀ ਹੈ, ਉਹ ਕਹਿੰਦੇ ਜਿਹੜੀ ਮੁੰਡਿਆਂ 'ਚ ਤੇ ਬਾਪ ਦੇ ਵਿੱਚ ਜਿਹੜੀ ਤਕਸੀਮ, ਐਕਟ ਨੇ ਤਾਂ ਲਿਖਿਆ ਹੈ ਕਿ ਜਨਾਬ ਰਜਿਸਟਰਡ ਜਾਂ ਡਿਕਰੀ ਆਫ ਅ ਕੋਰਟ, ਉਹਨਾਂ ਨੇ ਇਹ ਕਿਹਾ ਕਿ ਕਈ ਵਾਰੀ ਖਾਨਗੀ ਤੁਸੀਂ ਘਰੇ ਬੈਠ ਕੇ ਵੀ ਤਕਸੀਮ ਲਿਖ ਲੈਂਦੇ ਹੋ, ਅਸ਼ਟਾਮ ਪੁਰਾਣੇ ਨੇ ਉਸ ਦੇ ਵਿੱਚ ਹੋ ਗਿਆ ਐਂਡ ਇਟ ਹੈਜ਼ ਬੀਨ ਐਕਟਡ ਅਪੋਨ, ਤੁਸੀਂ ਉਹ ਸਾਰਾ ਤਕਸੀਮਨਾਮਾ ਲਿਖ ਲਿਆ, ਵਕੀਲ ਨੇ ਅਟੈਸਟ ਕਰਤਾ, ਉਹਦਾ ਅੱਗੇ ਇੰਤਕਾਲਾਂ ਦੇ ਵਿੱਚ ਅਮਲ ਦਰਾਮਦ ਹੋ ਗਿਆ, ਉਹਦੇ ਵਿੱਚ ਮਿਊਨਿਸਪਲ ਰਿਕਾਰਡ ਦੇ ਵਿੱਚ ਅਮਲ ਦਰਾਮਦ ਹੋ ਗਿਆ, ਉਹਨੂੰ ਕਹਿੰਦੇ ਮੰਨ ਲਓ ਘਰੇ ਕਾਗਜ਼ਾਂ 'ਚ ਨਾ ਇਕੱਲੀ ਉਹ ਤੁਹਾਡਾ ਉਹ ਤਕਸੀਮਨਾਮਾ ਪਿਆ ਹੋਵੇ, ਕਿਤੇ ਨਾ ਕਿਤੇ ਪਬਲਿਕ ਰਿਕਾਰਡ 'ਚ ਉਹਦਾ ਅੰਦਰਾਜ਼ ਹੋਇਆ ਹੋਵੇ। ਕਹਿਣ ਦਾ ਭਾਵ ਇਹ ਹੈ ਕਿ ਅਗਰ ਜੈਨੂਅਨ ਕੋਈ ਤਕਸੀਮ ਹੋ ਗਈ, 10 ਥਾਂ ਜ਼ਮੀਨ ਵਿਕ ਲਈ, ਤੇ 20 ਦਸੰਬਰ 2004 ਜਿੱਦਣ ਰਾਜ ਸਭਾ 'ਚ ਉਹ ਬਿੱਲ ਇੰਟਰੋਡਿਊਸ ਹੋਇਆ, ਉਦੋਂ ਪਹਿਲਾਂ ਅਗਰ ਕੋਈ ਐਸਾ ਕਾਗਜ਼ ਤੁਹਾਡੇ ਕੋਲ ਹੈ ਤਾਂ ਚਲੋ ਭੈਣਾਂ ਨੂੰ ਨਹੀਂ ਹਿੱਸਾ ਮਿਲਣਾ, ਖਾਧਾ ਪੀਤਾ ਗਿਆ। ਪਰ ਜੇ ਤੁਸੀਂ ਕਹੋ ਹੁਣ ਉਹੀ ਜ਼ੁਬਾਨੀ ਕਲਾਮੀ ਕਿ ਜੀ ਸਾਡੀ ਤਾਂ ਹੋ ਗਈ ਸੀ ਜੀ, ਭਾਈਆਂ 'ਚ ਭੈਣਾਂ ਨੂੰ ਅਸੀਂ ਵਿਆਹ ਵੇਲੇ ਦਿੱਤਾ ਸੀ, ਅਸੀਂ ਉਹ ਕਰਤਾ ਸੀ, ਤਿਥ ਤਿਉਹਾਰ 'ਤੇ ਦਿੰਦੇ ਹਾਂ ਜੀ, ਰੱਖੜੀ 'ਤੇ ਜਾਂਦੇ ਹਾਂ ਜੀ, ਟਿੱਕਾ ਤੇ ਤੀਜ 'ਤੇ ਕਰਦੇ ਹਾਂ ਜੀ, ਦੂਜ 'ਤੇ ਕਰਦੇ ਹਾਂ, ਉਹ ਕੋਈ ਗੱਲਾਂ ਨਹੀਂ ਚੱਲਣੀਆਂ ਜੀ। ਭੈਣਾਂ ਨੂੰ ਬਰਾਬਰ ਦਾ ਹਿੱਸਾ ਰਿਟਰੋਸਪੈਕਟਿਵਲੀ ਜਨਮ ਵਾਲੇ ਦਿਨ ਤੋਂ ਫਾਦਰ ਦੀ ਅਨਡਿਵਾਈਡਡ ਪ੍ਰੋਪਰਟੀ ਜਿਹੜੀ ਹੈ ਉਹਦੇ ਵਿੱਚ ਹਿੱਸਾ ਹੈ। ਸੋ ਇਸ ਦੇ ਹੁਣ ਇੰਪੈਕਟ ਕੀ ਹੈ ਜੀ? ਪਹਿਲੀ ਗੱਲ ਤਾਂ ਜਿਹੜੇ ਮੈਨੂੰ ਆਮ ਲੋਕਾਂ ਨੇ ਪੁੱਛਿਆ ਕਿ ਜੀ ਸਾਡੇ ਜਿਹੜੇ ਇੱਥੇ ਪਿੰਡਾਂ ਦੇ ਲੋਕ ਨੇ ਉਹਨਾਂ ਦੀਆਂ ਜੱਦੀ ਪੁਸ਼ਤੀ ਜ਼ਮੀਨਾਂ ਨੇ ਉਹਨਾਂ 'ਤੇ ਕੀ ਇਫੈਕਟ ਹੈ, ਇਹ ਦੱਸੋ। ਰਾਈਟਲੀ ਔਰ ਰੋਂਗਲੀ ਐਵਰ ਸਿੰਸ 1956 1956 ਤੋਂ ਬਾਅਦ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਜਿਹੜਾ ਮਾਲਕ ਉੱਥੇ ਰਿਫਲੈਕਟ ਕੀਤਾ ਗਿਆ ਜਮ੍ਹਾਂਬੰਦੀ 'ਚ, ਉਹਨੂੰ ਮਾਲਕ ਮੰਨਿਆ ਗਿਆ। ਸੋ ਇਸ ਕਰਕੇ ਅਗਰ ਵਲਾਇਤਾ ਸਿੰਘ ਸਾਨਾ ਫੱਗਣ ਸਿੰਘ ਮਾਲਕ ਹੈ ਤਾਂ ਰੈਵਨਿਊ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਗੋ ਇਹ ਨਹੀਂ ਜਾਣਦੇ ਜੀ ਕਿ ਹਿੰਦੂ ਮਿਤਾਕਸ਼ਰਾ ਪ੍ਰੋਪਰਟੀ ਸੀ ਕੀ ਨਹੀਂ। ਉਹਨੇ ਕਿਹਾ ਫਲਾਣੇ ਦਾ ਨਾਂ ਹੈ, ਕਾਕਾ ਕੁਰਸੀਨਾਮਾ ਬਣਾਓ, ਲੰਬੜਦਾਰ ਦਾ ਅੰਗੂਠਾ ਲਵਾਓ, 2 ਮੁੰਡੇ ਨੇ ਤੇ 3 ਕੁੜੀਆਂ ਤੇ ਇੱਕ ਵਿਧਵਾ ਹੈ, ਮਾਂ ਬਚਾਉਂਦੀ ਹੈ ਕਿ ਨਹੀਂ, ਸਭ ਦੇ ਨਾਂ ਬਰਾਬਰ ਕਰੋ। ਸੋ ਐਜ਼ ਫਾਰ ਐਜ਼ ਦੀ ਲੈਂਡ ਰੈਵਨਿਊ ਐਡਮਿਨਿਸਟ੍ਰੇਸ਼ਨ ਇਨ ਪੰਜਾਬ ਇਜ਼ ਕੰਸਰਨਡ, there will not be much impact because hardly any property has been recognized to be Hindu Mitakshara property, and it has been only recognized where there has been a civil court decree. So therefore, as far as the normal land revenue administration is concerned, I really don't know whether this would have any impact. ਲੜਕੀਆਂ ਨੂੰ ਹਿੱਸਾ ਕਦੋਂ ਛੱਡਦੇ ਸੀ? ਇਹ ਨਹੀਂ ਕਿ ਲੜਕੀਆਂ ਨੇ ਹਲਫੀਆ ਬਿਆਨ ਦੇ ਦਿੱਤਾ ਕਿ ਜੀ ਬਾਪੂ ਦੀ ਪ੍ਰਾਪਰਟੀ 'ਚ ਅਸੀਂ ਨਹੀਂ ਲੈਣਾ, ਉਹਨੂੰ ਆਏ ਰਿਹਾ ਕਾਨੂੰਨ ਦੀ ਰੂਹ ਦੇ ਵਿੱਚ, ਹਿੰਦੂ ਸਕਸੈਸ਼ਨ ਐਕਟ ਦੇ ਮੁਤਾਬਕ ਉਹ ਤਾਂ ਦਿੰਦੇ ਸੀ ਜੇ ਕੋਈ ਵਸੀਅਤ ਪੇਸ਼ ਹੋ ਗਈ, ਵਸੀਅਤ ਨੇ ਕਿਹਾ ਜੀ ਮੈਂ ਮੁੰਡਿਆਂ ਨੂੰ ਦੇਣੀ ਹੈ, 2 ਗਵਾਹ ਨੇ, ਕੁੜੀਆਂ ਹਲਫੇ ਬਿਆਨ ਦੇ ਰਹੀਆਂ ਨੇ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਉੱਥੇ ਲੜਕੀਆਂ ਨੇ ਹਿੱਸਾ ਛੱਡਿਆ, ਉਹਨਾਂ ਨੇ ਕਾਨੂੰਨੀ ਤੌਰ 'ਤੇ ਛੱਡਿਆ। ਵਸੀਅਤ ਲੜਕਿਆਂ ਦੇ ਹੱਕ ਦੇ ਵਿੱਚ ਸੀ। ਜੇ ਬਿਨਾਂ ਵਸੀਅਤ ਤੋਂ ਆ ਕੇ ਤੁਸੀਂ ਕਹੋਗੇ ਜੀ ਮੁੰਡਿਆਂ ਦੇ ਨਾਂ ਕਰ ਦਿਓ ਤਾਂ ਹਿੱਸਾ ਨਹੀਂ ਹੁੰਦਾ। ਉਹ ਕਹਿੰਦਾ ਭਾਈ ਬੀਬੀ ਅਸੀਂ ਤਾਂ ਤੇਰੇ ਨਾਂ ਵੀ ਕਰਨਾ। ਸਾਰਿਆਂ ਦੇ ਕਾਨੂੰਨੀ ਹੱਥ ਬੰਨੇ ਹੋਏ ਨੇ, ਸਾਡੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਨੇ ਹੀ ਕਹਿਣਾ ਕਿ ਹੁਣ ਤੁਸੀਂ ਜਾ ਕੇ ਆਪਣਾ ਕੋਰਟ ਕਾਰਡ 'ਚ ਡਿਕਰੀ ਕਰਾ ਦਿਓ ਜਾਂ ਇਹਨਾਂ ਨੂੰ ਹਿਬਾ ਕਰਾ ਦਿਓ, ਤਮਲੀਕਨਾਮਾ ਕਰਾ ਦਿਓ, ਕੁਛ ਵੀ ਕਰਾ ਦਿਓ, ਪਰ ਭੈਣਾਂ ਦਾ ਹਿੱਸਾ ਕਾਇਮ ਸੀ। ਜਿੱਥੇ ਮੇਨ ਸਵਾਲ ਆ ਰਿਹਾ ਹੈ
ਔਰ ਜਿਹਦਾ ਮੈਨੂੰ ਕੋਈ ਤਸੱਲੀ ਬਖਸ਼ ਇਹ ਪਿਛਲੇ ਦਿਨਾਂ ਦੇ ਵਿੱਚ ਜਵਾਬ ਨਹੀਂ ਮਿਲਿਆ, ਉਹ ਇਹ ਹੈ ਕਿ ਇਨਕਮ ਟੈਕਸ ਐਕਟ ਦੇ ਵਿੱਚ ਹਿੰਦੂ ਅਨਡਿਵਾਈਡਡ ਫੈਮਿਲੀ ਇੱਕ ਅੱਡ ਅਸੈਸਮੈਂਟ ਯੂਨਿਟ ਮੰਨਿਆ ਜਾਂਦਾ। ਮੈਂ ਵੀ 2 ਰਿਟਰਨਾਂ ਫਾਈਲ ਕਰਦਾ, ਮੇਰੀ ਆਪਣੀ ਇੰਡੀਵਿਜੂਅਲ ਰਿਟਰਨ ਹੈ, ਇੱਕ KBS ਸਿੱਧੂ HUF ਹੈ ਜਿੱਥੋਂ ਜਿਹੜੀ ਮੇਰੀ ਜੱਦੀ ਪੁਸ਼ਤੀ ਜ਼ਮੀਨ ਦਾ ਕੋਈ ਠੇਕਾ ਆਉਂਦਾ ਹੈ, ਕੋਈ ਹੋਰ ਮੇਰੇ FDR ਨੇ, ਉਹਦਾ ਮੈਂ ਇੰਟਰਸਟ ਸ਼ੋ ਕਰਦਾ। ਸੋ ਉਹਦੇ ਨਾਲ ਜਿਹੜੀ HUF ਦਾ ਇੱਕ ਅੱਡ ਯੂਨਿਟ ਹੈ, ਤੁਸੀਂ ਉਹਦੇ ਵਿੱਚ ਐਗਜ਼ੈਂਪਸ਼ਨਾਂ ਵੀ ਅੱਡ ਨੇ, ਟੈਕਸ ਵੀ ਘੱਟ ਲੱਗਦਾ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਯੂਨਿਟ HUF ਦੇ ਹਰ ਫੈਮਿਲੀ ਨੇ ਬਣਾਏ ਹੋਏ ਨੇ। ਵੱਡੇ ਬਾਪੂ ਜੀ ਵਾਲੀ ਅੱਡ HUF, ਮੁੰਡੇ ਦਾ ਵਿਆਹ ਹੋ ਗਿਆ ਉਹਨਾਂ ਦੀ HUF, ਇੱਕ ਟੱਬਰ ਦੇ ਵਿੱਚ ਇੰਡੀਵਿਜੂਅਲ ਦੇ ਨਾਲ ਅਗਰ ਮੁੰਡਾ ਮੈਰਿਡ ਹੈ ਔਰ ਬਿਜ਼ਨਸ ਫੈਮਿਲੀ ਦੇ ਵਿੱਚ ਆਮ ਤੌਰ ਤੇ ਉਹ HUFਾਂ ਚੱਲ ਰਹੀਆਂ ਨੇ। ਉਹਨਾਂ ਦਾ ਪੈਨ ਕਾਰਡ ਅੱਡ ਹੈ, ਉਹਨਾਂ ਦੀ ਅਸੈਸਮੈਂਟ ਅੱਡ ਹੁੰਦੀ ਹੈ, ਉਹਨਾਂ ਦੀ ਡਿਡਕਸ਼ਨਸ ਅੱਡ ਨੇ, ਉਹ ਸਾਰਾ ਦਾ ਸਾਰਾ ਉਸ ਨਾਲ ਟੈਕਸ ਲਾਇਬਿਲਿਟੀ ਘਟਦੀ ਹੈ। ਇਸ ਕਰਕੇ ਐਸੀਆਂ ਫੈਮਲੀਜ਼ ਬੇਸ਼ੁਮਾਰ ਨੇ ਜਿਨ੍ਹਾਂ ਨੇ HUF ਬਣਾਈ ਹੋਈ ਹੈ, ਹਿੰਦੂ ਅਨਡਿਵਾਈਡਡ ਫੈਮਿਲੀ, ਔਰ ਉਹ ਅੱਜ ਤੋਂ ਨਹੀਂ 5 ਸਾਲ 10 ਸਾਲ 20 ਸਾਲ 30 ਸਾਲ ਤੋਂ ਉਹਨਾਂ ਦਾ ਇਨਕਮ ਟੈਕਸ ਇੱਕ ਰਿਕਾਰਡ ਬਣਿਆ ਰਿਹਾ। ਔਰ ਇਨਕਮ ਟੈਕਸ ਐਕਟ ਦੇ ਵਿੱਚ HUF ਨੂੰ ਜ਼ਿਆਦਾ ਚੰਗੀ ਤਰ੍ਹਾਂ ਡਿਫਾਈਨ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਪਰਸਨ ਇਨਕਲੂਡਸ HUF। ਹੁਣ HUF ਦੇ ਵਿੱਚ ਅਗਰ ਇਨਕਮ ਟੈਕਸ ਦੇ ਜਿਹੜਾ ਸਰਕਾਰੀ ਵੈਬਸਾਈਟ ਆ ਉੱਥੇ ਜਾ ਕੇ ਦੇਖੋ ਤਾਂ ਉਹਨਾਂ ਨੇ ਕਿਹਾ ਕਿ ਇਹ ਕੋਪਾਰਸਨਰੀ ਮਿਤਾਕਸ਼ਰਾ ਪ੍ਰਾਪਰਟੀ ਨਾਲ ਲਿੰਕਡ ਹੈ। ਉਹ ਅਲਟੀਮੇਟਲੀ ਦੀ ਨੈਟ ਐਸੈਟਸ, in my personal opinion, if you're filing a return as a karta of the HUF, ਅਗਰ ਕਰਤੇ ਦੀ ਹੈਸੀਅਤ ਦੇ ਵਿੱਚ HUF ਦੇ ਤੁਸੀਂ ਰਿਟਰਨ ਫਾਈਲ ਕਰ ਰਹੇ ਹੋ, ਉਹ ਬਿਜ਼ਨਸ ਹੈ ਚਾਹੇ ਇੱਕ ਪ੍ਰਾਪਰਟੀ ਹੈ, ਉਹਦਾ ਰੈਂਟ ਆ ਰਿਹਾ ਹੈ ਚਾਹੇ ਮਕਾਨ ਹੈ, ਉਹ ਸਾਰੇ ਦੇ ਸਾਰੇ ਦਾ ਇੱਕ ਗ੍ਰੋਸ ਐਸੈਟ ਤਾਂ ਹੈ ਨਾ ਜੀ। ਉਹਦੇ ਵਿੱਚ ਮੇਰੇ ਮੁਤਾਬਕ ਭੈਣਾਂ ਦਾ ਹਿੱਸਾ ਆ ਗਿਆ। ਜਿੱਦਾਂ ਮੈਂ ਬੇਨਤੀ ਕੀਤੀ ਹੈ, ਸੁਪਰੀਮ ਕੋਰਟ ਨੇ ਕਿਹਾ ਭੈਣ ਦਾ ਜਨਮ ਚਾਹੇ 9 ਸਤੰਬਰ 2005 ਤੋਂ ਪਹਿਲਾਂ ਹੋਇਆ ਜਾਂ ਬਾਅਦ ਹੋਇਆ, ਜੰਮਦੇ ਸਾਰ ਉਹਦਾ ਉਹ ਹੱਕ ਬਣ ਗਿਆ। ਠੀਕ ਹੈ ਨਾ ਜੀ। ਤੇ ਲੜਕੀ ਚਾਹੇ ਮੈਰਿਡ ਹੈ ਭੈਣ ਚਾਹੇ ਨਹੀਂ ਮੈਰਿਡ, ਬਾਪੂ ਜੀ ਚਾਹੇ ਪੂਰੇ ਹੋ ਗਏ 9 ਸਤੰਬਰ 2005 ਤੋਂ ਪਹਿਲਾਂ ਜਾਂ ਸੁੱਖ ਨਾਲ ਅੱਜ ਵੀ ਜਿਉਂਦੇ ਨੇ, ਉਹਦਾ ਕੋਈ ਫਰਕ ਨਹੀਂ। ਹੁਣ ਇੱਥੇ ਜਿਹੜੇ ਬੰਦੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਜੀ ਪੁਰਾਣੇ ਸਟਾਂਪ ਕਢਾ ਕੇ ਅਸੀਂ ਤਾਂ ਉਹ ਕਰ ਲਾਂਗੇ, ਭੈਣਾਂ ਰਾਜੀ ਨੇ ਐਂ ਕਰ ਲਾਂਗੇ ਉਹ ਕਰ ਲਾਂਗੇ, ਉਹ ਵੀ ਭਲਿਓ ਮਾਨਸੋ, ਕੱਲ੍ਹ ਤਾਂ ਹਜੇ ਤੁਸੀਂ ਇਨਕਮ ਟੈਕਸ ਦੀ ਆਪਣੀ ਰਿਟਰਨ ਫਾਈਲ ਕੀਤੀ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਮੇਰਾ ਤਾਂ 2004 ਦੇ ਵਿੱਚੋਂ ਸਾਡਾ ਤਾਂ ਪਿਓ ਪੁੱਤਾਂ ਦਾ ਆਪਸ 'ਚ ਤਕਸੀਮ ਹੋ ਗਈ ਸੀ। ਜੇ ਤੁਸੀਂ ਉਸ ਤਰ੍ਹਾਂ ਦੀ ਗਲਤੀ ਕਰੋਗੇ ਤਾਂ ਉਹ ਜਿਹੜੇ ਤੁਸੀਂ 15 ਸਾਲ ਇਨਕਮ ਟੈਕਸ 'ਚ ਗਲਤ ਬਿਆਨੀ ਕੀਤੀ ਤੇ ਇਨਕਮ ਟੈਕਸ ਦੇ ਕੰਸੈਸ਼ਨ ਲਿੱਤੇ ਰੇਟ ਦੇ, ਉਹ ਫਿਰ ਤੁਹਾਡੇ ਗਲ ਪਊਗਾ। ਸੋ ਮੇਰੇ ਮੁਤਾਬਕ ਇਹ ਇੱਕ ਮਸਲਾ ਜਿਹਨੂੰ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਸੈਟਲ ਤਾਂ ਕਰਤਾ ਲੀਗਲ ਟਰਮਸ ਦੇ ਵਿੱਚ, ਪਰ ਮੇਰੇ ਮੁਤਾਬਕ ਜਿੱਥੇ ਭੈਣਾਂ ਤੇ ਭਰਾਵਾਂ ਦੀ ਬਣਦੀ ਨਹੀਂ ਹੈ ਜਾਂ ਜਿੱਥੇ ਪ੍ਰਾਪਰਟੀਆਂ ਅਰਬਾਂ ਖਰਬਾਂ ਦੇ ਵਿੱਚ ਨੇ, ਉੱਥੇ ਨਵੀਂ ਚੇਨ ਆਫ ਲਿਟੀਗੇਸ਼ਨ ਸ਼ੁਰੂ ਹੋਣੀ ਹੈ। ਜਿੱਥੇ ਤਾਂ ਦੇਖੋ ਮਸਲਾ ਹੈ ਕਿ 20 ਲੱਖ 30 ਲੱਖ 50 ਲੱਖ ਤੇ ਲੜਕੇ ਨੂੰ 2-2.5 ਲੱਖ ਆਉਣਾ ਹੈ, ਉਹ ਸ਼ਾਇਦ ਵਿੱਚ ਬੈਠ ਕੇ ਗੱਲ ਰਫਾ ਦਫਾ ਹੋ ਜਾਏ ਕਿ ਜੀ ਮੈਂ ਆਪਣਾ ਹਿੱਸਾ ਛੱਡਿਆ ਤੇ ਗੱਲ ਖਤਮ ਹੋ ਗਈ। ਕਿਉਂਕਿ ਜੇ ਉਸ ਲੜਕੀ ਨੇ ਕਾਨੂੰਨਨ ਕਾਰਵਾਈ ਦੇ ਨਾਲ ਉਹ ਹਿੱਸਾ ਲੈਣਾ, ਤੁਸੀਂ ਸੂਟ ਫॉर ਪਾਰਟੀਸ਼ਨ ਕਰੋਗੇ, ਤੁਸੀਂ ਅੱਗੇ ਅਦਾਲਤਾਂ ਜਾਓਗੇ, ਸਿਵਲ ਅਦਾਲਤਾਂ ਜਾ ਕੇ ਡਿਕਰੀਆਂ ਹੋਣਗੀਆਂ, ਉਹਨਾਂ ਨੇ ਕਹਿਣਾ ਕਿ ਸਾਡੀ ਤਾਂ ਜਿਉਂਦੇ ਜੀ ਸਾਡੀ ਤਾਂ ਅਸੀਂ ਆ ਤਕਸੀਮ ਕਰ ਲਈ, ਅਸੀਂ ਪ੍ਰਾਪਰਟੀਆਂ ਵੇਚਤੀਆਂ, ਤਾਂ ਹਿੱਸਾ 5 ਲੱਖ ਆਉਣਾ, 10 ਲੱਖ ਆਉਣਾ, 50 ਲੱਖ ਆਉਣਾ, ਤੇ ਵਕੀਲਾਂ ਤੇ ਅਪੀਲਾਂ ਤੇ ਦਲੀਲਾਂ ਤੇ ਤੁਸੀਂ ਜ਼ਿਆਦਾ ਖਰਚ ਦੋਗੇ। ਇਸ ਕਰਕੇ ਮੈਨੂੰ ਲੱਗਦਾ ਹੈ ਉੱਥੇ ਜਿੱਥੇ ਮਸਲਾ ਐਸੈਟਸ ਆਰ ਇਨ ਦੀ ਆਰਡਰ ਆਫ a crore or so, I do not see any great litigation starting between the brothers and sisters. ਇਹ ਕਿੱਥੇ ਹੋਣੀ ਹੈ ਜੀ? ਜਿੱਥੇ ਮਸਲਾ ਅਰਬਾਂ ਤੇ ਖਰਬਾਂ ਦਾ ਹੈ ਕਿ ਜੀ 20,000 ਕਰੋੜ ਦੀ ਜਿਹੜੀ ਇਸਟੇਟ ਮਹਾਰਾਜਾ ਫਰੀਦਕੋਟ ਦੀ ਹੈ, ਉਸ ਦੇ ਵਿੱਚ ਭੈਣ ਦਾ ਹਿੱਸਾ ਹੈ ਕਿ ਨਹੀਂ ਹੈ, ਉਹ ਵਸੀਅਤ ਜਾਲੀ ਹੈ ਕਿ ਨਹੀਂ ਜਾਲੀ,
ਪ੍ਰੇਮਦਾ ਬਿਰਲਾ ਦੀ ਜਿਹੜੀ ਵਸੀਅਤ ਹੈ ਉਹਦੇ ਆਪਣੇ ਕੋਈ ਬੱਚਾ ਨਹੀਂ ਸੀ, ਉਹਦਾ ਮਸਲਾ ਅੱਗੇ ਕਿਹੜੇ ਪਾਸੇ ਨੂੰ ਤੁਰਨਾ ਹੈ। ਉਸ ਤਰ੍ਹਾਂ ਦੀਆਂ ਜਿੱਥੇ ਬਹੁਤ ਵੱਡੀਆਂ ਵੱਡੀਆਂ ਪ੍ਰੋਪਰਟੀਜ਼ ਇਨਵੋਲਡ ਨੇ, ਵੱਡੇ ਵੱਡੇ ਬਿਜ਼ਨਸ ਇਨਵੋਲਡ ਨੇ, ਭੈਣਾਂ ਤੇ ਭਰਾਵਾਂ ਦੇ ਵਿੱਚ ਦਰਾਰਾਂ ਪਈਆਂ ਹੋਈਆਂ ਨੇ, ਉੱਥੇ ਇਸ ਕਾਨੂੰਨ ਨੇ ਜੋ ਸੁਪਰੀਮ ਕੋਰਟ ਨੇ ਇੰਟਰਪ੍ਰੈਟ ਕੀਤਾ, ਬੈਕ ਡੇਟ ਤੋਂ ਜਾ ਕੇ ਲੜਕੀ ਨੂੰ ਹੱਕ ਦੇਤਾ, ਚਾਹੇ 1959 ਦਾ ਜਨਮ ਹੈ, ਚਾਹੇ 1970 ਦਾ ਜਨਮ ਹੈ, ਚਾਹੇ ਇਸ ਐਕਟ ਤੋਂ ਪਹਿਲਾਂ ਦਾ, ਚਾਹੇ ਬਾਅਦ ਦਾ। ਸੋ ਇਸ ਕਰਕੇ ਇਹ ਦੋਸਤੋ ਮੈਂ ਗੱਲਾਂ ਤੇ ਵਿਚਾਰ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਚਾਹੁੰਦਾ ਸੀਗਾ। ਤੇ ਜ਼ਾਹਿਰ ਇਹ ਹੈ ਕਿ lot of litigation potentially can begin on the basis of this judgment, ਪਰ ਮੈਨੂੰ ਲੱਗਦਾ ਹੈ ਕਿ ਫੈਮਲੀਆਂ ਜਿਹੜੀਆਂ ਨੇ, ਟੱਬਰ ਪਰਿਵਾਰ ਨੇ, ਉਹ ਬੈਠ ਕੇ ਜੀਜਾ ਭਣੋਈਆ ਸਾਲੇ ਉਹ ਬੈਠ ਕੇ ਨੂੰ ਮਸਲੇ ਨੂੰ ਹੱਲ ਕਰਨਗੇ। ਔਰ ਮੈਨੂੰ ਨਹੀਂ ਲੱਗਦਾ ਕਿ 95 ਨਹੀਂ 99 ਨਹੀਂ ਤਾਂ 95-96% ਕੇਸਿਸ ਦੇ ਵਿੱਚ ਕੋਈ ਨਵੀਂ ਲਿਟੀਗੇਸ਼ਨ ਨਹੀਂ ਆਉਣੀ ਹੈ। ਬਟ ਜਿੱਥੇ ਆਲਰੇਡੀ ਲਿਟੀਗੇਸ਼ਨ ਚੱਲ ਰਹੀ ਹੈ, ਜਿੱਥੇ ਝਗੜੇ ਝਾਟੇ ਪਹਿਲੇ ਨੇ, ਉੱਥੇ ਜ਼ਰੂਰ ਨਵੀਂ ਲਿਟੀਗੇਸ਼ਨ ਆਊਗੀ। ਇਹ ਤਾਂ ਮਸਲੇ ਪਰਿਵਾਰ 'ਚ ਬੈਠ ਕੇ ਹੱਲ ਹੋ ਗਏ, ਵੈਲ ਐਂਡ ਗੁੱਡ। ਲੜਕੀ ਨੂੰ ਕਹਤਾ ਕਿ ਆਹ ਦੇਖੋ ਕੋਠੀਆਂ ਜਾਇਦਾਦਾਂ ਨੇ, ਕਹੋ ਚਲੋ ਭਾਈ ਬੀਬੀ ਆ ਬੂਥ ਤੇਰੇ ਜੁਮੇ ਦਿੱਤਾ, ਤੇਰੇ ਪਿੱਟੇ ਆ ਪਾਤਾ, ਆਹ ਇੱਕ ਫਲੈਟ ਸੀਗਾ ਜ਼ੀਰਕਪੁਰ ਤੈਨੂੰ ਦੇਤਾ। ਉਸ ਤਰ੍ਹਾਂ ਦਾ ਜੇ ਗੱਲ ਕਰਕੇ ਚੱਲੋਗੇ ਤਾਂ ਗੱਲਾਂ ਸੌਖੀਆਂ ਹੋਣਗੀਆਂ। ਜੇ ਤੁਸੀਂ ਕਹੋਗੇ ਭੱਜ ਜਾ, ਤੇਰਾ ਵਿਆਹ ਕਰਤਾ ਸੀ ਤਾਂ ਵਿਆਹ ਵੇਲੇ ਅਸੀਂ ਆਹ ਕਰਤਾ ਤੇ ਐਂ ਕਰਤਾ, ਤੇ ਫਿਰ ਸ਼ਾਇਦ ਇਹ ਮਸਲੇ ਥੋੜ੍ਹੇ ਜਿਹੇ ਪੇਚੀਦਾ ਤੇ ਡੂੰਘੇ ਬਣ ਜਾਣ। ਇੱਥੇ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦਾ ਸੀ, not directly related to the Supreme Court judgment, but since I was going through the Succession Act, two very interesting things emerged. ਪਹਿਲੀ ਗੱਲ ਇਹ ਹੈ ਕਿ what is the status of the illegitimate children? ਹੁਣ ਹਿੰਦੂ ਲਾਅ ਦੇ ਮੁਤਾਬਕ, ਹਿੰਦੂ ਮੈਰਿਜ ਐਕਟ 1955 ਦੇ ਮੁਤਾਬਕ, you can have only one legally wedded wife. ਉਹਦੀ ਲਾਈਫ ਟਾਈਮ ਦੇ ਵਿੱਚ ਤੁਸੀਂ ਦੂਜਾ ਵਿਆਹ ਕਰਦੇ ਹੋ, ਉਹ ਨਲ ਐਂਡ ਵੋਇਡ ਹੈ। ਤੁਸੀਂ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਦੇ ਲਓ, ਚਾਹੇ ਤੁਸੀਂ ਅਗਨੀ ਦੇ ਕਰ ਲਓ, ਚਾਹੇ ਤੁਸੀਂ ਜੈਮਾਲਾ ਕਰ ਲਓ, ਚਾਹੇ ਕੁਛ ਕਰ ਲਓ, ਉਹ ਜਿਹੜਾ ਦੂਸਰਾ ਵਿਆਹ ਹੈ ਉਹ ਕੀ ਹੈ ਜੀ, ਨਲ ਐਂਡ ਵੋਇਡ। ਪਰ ਲੈਟ ਅਸ ਸੇ ਤੁਸੀਂ ਫਿਰ ਵੀ ਕਰ ਲਿਆ, ਤੇ ਉਸ ਨਲ ਐਂਡ ਵੋਇਡ ਸ਼ਾਦੀ ਦੇ ਵਿੱਚੋਂ ਬੱਚੇ ਪੈਦਾ ਹੋ ਗਏ। ਇਹ ਸੁਪਰੀਮ ਕੋਰਟ ਦੀ ਇੱਕ 2011 ਦੀ ਜਜਮੈਂਟ ਹੈ, ਔਰ that is based on an amendment which came in Hindu Marriage Act in the 1970s, which says that the illegitimate children who are born out of a wedding or a marriage which has been declared null and void subsequently, or was voidable and has now been declared null and void, ਉਹ ਬੱਚਿਆਂ ਨੂੰ ਬਰਾਬਰ ਦਾ ਹਿੱਸਾ ਮਿਲੂਗਾ। ਔਰ ਉਹਦਾ ਜਿਸਟ ਇਹ ਸੀ ਜਜਮੈਂਟ ਦਾ, that there are no illegitimate children, there are only illegitimate parents. ਸੋ ਇਸ ਕਰਕੇ ਅਗਰ ਕੋਈ ਕੇਸ ਐਸਾ ਸਾਹਮਣੇ ਆਉਂਦਾ ਹੈ ਕਿ ਉਹਨੇ ਦੂਜਾ ਵਿਆਹ ਕਰ ਲਿਆ, ਉਹਨੂੰ ਭਾਵੇਂ ਦੂਜੀ ਸਜ਼ਾ ਹੋਵੇ, ਬਾਈਗੈਮੀ ਦੀ ਹੈ, ਉਸ ਕੈਦ ਵੀ ਹੈ, ਉਸ ਫੌਜਦਾਰੀ ਪਰਚਾ ਵੀ ਹੈ, ਉਹ ਅਲੱਗ ਚੀਜ਼ ਹੈ। ਲੇਕਿਨ ਅਗਰ ਉਸ ਨਲ ਐਂਡ ਵੋਇਡ ਮੈਰਿਜ 'ਚੋਂ ਬੱਚੇ ਪੈਦਾ ਹੁੰਦੇ ਨੇ ਤਾਂ ਬਰਾਬਰ ਦਾ ਹਿੱਸਾ। ਬਰਾਬਰ ਦਾ ਹਿੱਸਾ ਇਹ ਨਹੀਂ ਕਿ ਇੱਕ ਵਾਈਫ ਨੂੰ ਇੱਕ ਤੇ ਦੂਜੀ ਵਾਈਫ ਨੂੰ ਦੂਜਾ। ਵਾਈਫ ਜਿਹੜੀ ਸੈਕਿੰਡ ਹੈਗੀ ਆ ਉਹਨੂੰ ਕੱਖ ਨਹੀਂ ਮਿਲਣਾ। ਪਹਿਲੇ ਵਾਲੀ ਮੈਰਿਜ ਤੋਂ 5 ਬੱਚੇ ਨੇ, 6ਵਾਂ ਨਲ ਐਂਡ ਵੋਇਡ ਵਾਲੇ 'ਚੋਂ ਆਏ ਤਾਂ 6 ਬਰਾਬਰ ਦੇ ਹਿੱਸੇ ਬਣਨਗੇ ਜਨਾਬ। ਇਹ ਤੁਹਾਡਾ ਹਿੰਦੂ ਮੈਰਿਜ ਐਕਟ ਕਹਿੰਦਾ ਹੈ, ਤੇ ਉਸ ਅਮੈਂਡਮੈਂਟ ਦੇ ਤਾਬੇ 2011 ਦੇ ਵਿੱਚ ਸੁਪਰੀਮ ਕੋਰਟ ਨੇ ਆਲਰੇਡੀ ਇਹ ਗੱਲ ਦੱਸੀ ਹੋਈ ਹੈ। ਇੱਕ ਬੜੀ ਇੰਟਰਸਟਿੰਗ ਚੀਜ਼ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ, ਜਿੱਥੇ ਕੋਈ ਵਸੀਅਤ ਨਹੀਂ ਹੈ, ਕੋਈ ਮੈਂ ਹੁਣ ਕੋ ਪਰਸਨਲ ਪ੍ਰਾਪਰਟੀ ਵਾਲੀ ਨਹੀਂ ਗੱਲ ਕਰ ਰਿਹਾ, ਉਹ ਬਹੁਤ ਹੀ ਇੱਕ ਸੈਂਸਿਟਿਵ ਐਂਡ ਸੈਂਸਿਬਲ ਪ੍ਰੋਵੀਜ਼ਨ ਹੈ ਜਿਹੜੀ ਓਵਰਰਾਈਡ ਕਰਦੀ ਹੈ। ਆਪਾਂ ਇਹ ਕਿਹਾ ਕਿ ਜਿਹੜੀ ਹਿੰਦੂ ਵੂਮਨ ਨੇ ਜਦੋਂ ਪੂਰੇ ਹੋਣਾ, ਉਹਦੀ ਵਿਰਾਸਤ ਕਿਹਨੂੰ ਜਾਣੀ ਹੈ? ਉਹਦੇ ਲੜਕਿਆਂ ਨੂੰ, ਲੜਕੀ ਨੂੰ, ਹਸਬੈਂਡ ਅਗਰ ਜਿਉਂਦਾ ਉਹਨੂੰ। ਬੜੀ ਗੱਲ ਸਾਫ਼ ਹੈ। ਦੂਜੇ ਪਾਸੇ ਤੁਸੀਂ ਇਹ ਦੱਸੋ ਕਿ ਵਿਆਹ ਤਾਂ ਵਿਚਾਰੀ ਦਾ ਹੋ ਗਿਆ, ਨਾ ਤਾਂ ਉਹਦੇ ਆਪਣਾ ਕੋਈ ਬੱਚਾ ਪੈਦਾ ਹੋਇਆ, she does not have any children of her own, nor did she during her lifetime adopt,
ਅਡੋਪਸ਼ਨ ਐਕਟ ਬਕਾਇਦਾ ਅਲੱਗ ਹੈ, ਹਸਬੈਂਡ ਤੇ ਵਾਈਫ ਦੀ ਰਜ਼ਾਮੰਦੀ ਹੋਵੇ, ਯੂ ਕੈਨ ਅਡੋਪਟ ਅ ਚਾਈਲਡ, ਤੁਹਾਡਾ ਆਪਣਾ ਨੈਚੁਰਲ ਚਾਈਲਡ ਹੈ ਫਿਰ ਵੀ ਅਡੋਪਟ ਕਰ ਸਕਦੇ ਹੋ। ਸੋ ਲੈਟ ਅਸ ਸੇ a Hindu woman who was a married woman has died childless, ਉਹਦੀ ਵਿਰਾਸਤ ਕਿਵੇਂ ਜਾਣੀ ਹੈ ਜਨਾਬ, ਉਹਦੇ ਬਾਰੇ ਦੱਸੋ। ਹੁਣ ਮੁੰਡੇ ਕੁੜੀਆਂ ਤਾਂ ਹੈ ਨਹੀਂ, ਉਹਨਾਂ ਨੇ ਇਹ ਕਿਹਾ, ਦੇਖੋ ਕਿੰਨੀ ਸੈਂਸੀਬਲ ਪ੍ਰੋਵੀਜ਼ਨ 1956 ਦੇ ਵਿੱਚ ਉਸ ਵੇਲੇ ਬਣਾਈ। ਉਹਨਾਂ ਨੇ ਕਿਹਾ ਕਿ ਜੇ ਤਾਂ ਉਸ ਲੇਡੀ ਨੂੰ ਉਹ ਪ੍ਰੋਪਰਟੀ ਜਿਹੜੀ ਹੈ ਆ ਰਹੀ ਹੈ ਬਾਪ ਦੇ ਜਾਂ ਮਾਂ ਵਾਲੇ ਪਾਸਿਓਂ, ਪੇਕਿਆਂ ਵਾਲੇ ਪਾਸਿਓਂ ਕੋਈ ਪ੍ਰੋਪਰਟੀ ਆ ਸਕਦੀ ਹੈ, ਕਿਉਂ ਨਹੀਂ ਆ ਸਕਦੀ। ਦੈਨ since she does not have a child of her own, it will not go to the husband or the heirs of the husband. It will go to revert back to the heirs of father and mother. ਉਹਦੇ ਭਰਾ ਨੇ, ਭਰਾ ਦੇ ਅੱਗੇ ਬੱਚੇ ਨੇ, ਹਾਂਜੀ, ਉਹਨਾਂ ਨੂੰ ਉਹ ਭਤੀਜਿਆਂ ਨੂੰ ਪ੍ਰੋਪਰਟੀ ਜਾਊਗੀ। But if that property has been inherited from the husband, from the father-in-law, ਸਹੁਰੇ ਤੋਂ ਆਈ ਹੈ, ਤਾਂ ਫਿਰ ਬੱਚੇ ਹੈ ਨਹੀਂ, ਘਰ ਵਾਲਾ ਵੀ ਮਰ ਗਿਆ, then it will go to the heirs of the father, ਮਤਲਬ husband, ਇੱਧਰਲੇ ਪਾਸੇ। So in case of a Hindu woman dying without children, that property inherited from the mother side will go to, and father side will go to the ਪੇਕਿਆਂ ਵਾਲੇ ਦੇ ਜਿਹੜੇ ਨੇ ਉਹਨਾਂ ਦੇ heirs, and otherwise it will go to the heirs of the husband, ਉਹਦਾ ਭਰਾ ਹੋਣ, ਭਤੀਜੇ ਹੋਣ। But Hindu woman is now the absolute owner of the property during her lifetime. ਉਹਨੂੰ ਪ੍ਰੋਪਰਟੀ ਚਾਹੇ ਇੱਧਰੋਂ ਆਈ, ਚਾਹੇ ਵਿਰਾਸਤ 'ਚ ਉੱਧਰੋਂ ਆਈ, ਚਾਹੇ ਉਹਨੇ ਆਪ ਖਰੀਦੀ, ਔਰ ਚਾਹੇ ਉਹਨੂੰ ਕੋਪਾਰਸਨਰੀ ਦੀ ਵੰਡ ਦੇ ਵਿੱਚ ਆਈ, ਸ਼ੀ ਇਜ਼ ਦੀ ਐਬਸੋਲੂਟ ਓਨਰ। ਉਹ ਆਪਣੇ ਜਿਉਂਦੇ ਜੀ ਵੇਚੇ, ਬੱਟੇ, ਹਿਬਾ ਕਰੇ, ਗਿਫਟ ਕਰੇ, ਦਾਨ ਕਰੇ, ਪੁੰਨਦਾਨ ਵਾਸਤੇ ਦੇਵੇ, ਆਸ਼ਰਮ ਵਾਸਤੇ ਦੇਵੇ, ਵੇਚ ਕੇ ਖਾ ਪੀ ਜਾਵੇ, ਸ਼ੀ ਇਜ਼ ਦੀ ਐਬਸੋਲੂਟ ਓਨਰ। ਕੋਈ ਇਹ ਨਹੀਂ ਕਹਿ ਸਕਦਾ ਜੀ ਬਾਪ ਵਾਲੇ ਪਾਸਿਓਂ ਆਏ ਸੀ, ਇਹਦਾ ਲਾਈਫ ਇੰਟਰਸਟ ਹੈ, ਇਹਦੇ ਅੱਗੇ ਬੱਚੇ ਨਹੀਂ ਹੈ ਤਾਂ ਵਾਪਸ ਮੇਰੇ ਕੋਲ ਆਓ। ਸੋ ਦੇਅਰਫੋਰ ਅ ਹਿੰਦੂ ਵੂਮਨ ਇਜ਼ ਦੀ ਐਬਸੋਲੂਟ ਪ੍ਰੋਪਰਟੀ which has come to her, whether it is self-acquired or whether has come from inheritance or devolved. So this is the state of things at the moment. So friends, if we were to, since I've been speaking in Punjabi, to now summarize it in English, what is the impact of this judgment of the Supreme Court of India, which has been rendered on the 11th of August by a 3-judge bench of Supreme Court. Hafta bhi nahi hoya, and it has given its very complete interpretation on the amendment in the Hindu Succession Act regarding co-partnership property with effect from 9th September 2005. Key number 1, whether the father has died before the commencement of this amendment, 9th September 2005, or not, irrelevant. Number 2, daughters, whether born before or after, whether married or not, will get from the moment of the birth a notional share equivalent to the son in the property, or ਤਕਸੀਮ ਸਿਰਫ ਉਹ ਮੰਨੀ ਜਾਣੀ ਹੈ ਪਿਓ ਪੁੱਤਾਂ ਦੇ ਵਿੱਚ ਜਿਹੜੀ ਕਿ 20 ਦਸੰਬਰ 2004 ਤੋਂ ਪਹਿਲਾਂ ਹੋ ਕੇ ਅਮਲ ਦਰਾਮਦ ਹੋ ਗਈ। ਜ਼ੁਬਾਨੀ ਕਲਾਮਾਂ ਜਿਹੜੀਆਂ ਗੱਲਾਂ ਨਹੀਂ ਚੱਲਣੀਆਂ। ਸੋ ਇਸ ਕਰਕੇ we are living, friends, in interesting times, and this is a judgment. If you have the inclination or aptitude, is well worth going. It refers to and overrules many of the judgments of Supreme Courts and the opinion itself of the Supreme Court in a smaller bench, and ultimately Supreme Court has laid down this law. Under normal circumstances, people would have said कि जी कोई गल नहीं, हुण तुसी a parliamentary amendment will be moved to undo this and so on so forth. जो आज मुल्क दे हालात ने, where the gender rights are being recognized, सबरीमाला temple ਦੇ ਵਿੱਚ अगर ਉੱਥੇ लॉर्ड अयप्पा ਦੇ ਦਰਸ਼ਨਾਂ ਤੇ ਜਿਹੜੀਆਂ ਵਿਮਨ ਸੀਗੀਆਂ ਉਹਨਾਂ ਤੇ ਪਾਬੰਦੀ ਸੀ ਤੇ ਉੱਥੇ ਸੁਪਰੀਮ ਕੋਰਟ ਨੇ ਖੋਲ੍ਹ ਦਿੱਤਾ ਹੈਗਾ
ਤੇ ਇੱਥੇ ਜਿੱਥੇ ਭਰਾ ਦੇ ਬਰਾਬਰ ਦਾ ਰਾਈਟ ਪਾਰਲੀਮੈਂਟ ਨੇ ਦਿੱਤਾ ਹੈ, ਕੋਈ ਪਾਰਲੀਮੈਂਟ ਨੇ ਇਸ ਤਰ੍ਹਾਂ ਦੀ ਅਮੈਂਡਮੈਂਟ ਮੇਰੇ ਮੁਤਾਬਕ ਇਹਨਾਂ ਨੇ ਮੂਵ ਨਹੀਂ ਕਰਨੀ। ਇਹ ਜਿਹੜਾ ਭੈਣਾਂ ਨੂੰ ਹੱਕ ਮਿਲਿਆ, ਇਹ ਮੁੱਢ ਕਦੀਮ ਤੋਂ ਇੱਕ ਹਿੰਦੂ ਲਾਅ ਦੀ ਬੜੀ ਭਾਰੀ ਤਰਮੀਮ ਹੈ। ਉਹ ਤਰਮੀਮ ਜਾ ਕੇ ਹੋਈ 1956 'ਚ ਵੈਰੀ ਮਾਰਜਨਲੀ, ਕੋ ਪਾਰਸਨਲ ਨਹੀਂ ਬਣਾਇਆ ਉਹਨਾਂ ਨੇ ਪੰਡਿਤ ਨਹਿਰੂ ਜੀ ਵੇਲੇ। 2005 ਦੇ ਵਿੱਚ ਸਾਹਿਬ ਮਨਮੋਹਨ ਸਿੰਘ ਦੀ ਸਰਕਾਰ ਨੇ ਹੱਕ ਦਿੱਤਾ, ਲੇਕਿਨ ਉਹ ਹੱਕ ਅਧੂਰਾ ਰਹਿ ਗਿਆ ਕਿਉਂਕਿ ਇੰਨੀ ਐਂਬੀਗੁਇਟੀ ਉਸ ਅਮੈਂਡਮੈਂਟ ਦੇ ਵਿੱਚ ਸੀ। ਤੇ ਹੁਣ ਸੁਪਰੀਮ ਕੋਰਟ ਦੇ 3 ਜੱਜ ਸਾਹਿਬਾਨ ਨੇ 11 ਅਗਸਤ 2020 ਨੂੰ ਇਹ ਹੱਕ ਦਿੱਤਾ ਹੈ ਕਿ ਅਸੀਂ ਵੀ ਉਸੇ ਮਾਂ ਪਿਓ ਦੀ ਔਲਾਦ ਹਾਂ ਤੇ ਭਰਾਵਾਂ ਤੋਂ ਘੱਟ ਨਹੀਂ ਹਾਂ, ਸੇਵਾ ਵੀ ਕਰਦੇ ਹਾਂ, ਤੇ ਸਾਨੂੰ ਵੀ ਉਹ ਜਿਹੜੀ ਕੋ ਪਰਸਨਲ ਪ੍ਰਾਪਰਟੀ ਹੈ ਉਸ ਦੇ ਵਿੱਚ ਬਰਾਬਰ ਦਾ ਹੱਕ ਹੋਣਾ ਚਾਹੀਦਾ, ਮਿਲਿਆ। ਔਰ ਮੈਂ ਨਹੀਂ ਸਮਝਦਾ ਕਿ ਇਹ ਛੇਤੀ ਕਿਤੇ ਮਿਟ ਸਕੇਗਾ। ਸੋ ਫਰੈਂਡਸ, thank you very much for joining, and if there are any legal infirmities, I don't claim to be an expert on this. It's only in a couple of days that I have gone and read what was available on the internet, and if there are other questions, please feel free to ask in the comment section, and if you feel that this talk could be of use to or relevance to any of your friends, please do not hesitate to share it so that they can also take benefit of this. So take care, friends, enjoy your Sunday, and we'll be meeting on a different topic hopefully very soon. Thank you very much. Namaskar, Jai Hind, Sat Sri Akal.